हाँ जी गुड मॉर्निंग जी। गुड मॉर्निंग। ਕਿਹੜੀਆਂ? ਹਾਂ ਮਿਲ ਜਾਣਗੇ ਬੇਟਾ। ਤੁਸੀਂ ਕਿੱਥੋਂ ਕੌਣ ਬੋਲ ਰਹੇ ਸੀਗੇ? ਟੜਵੇ ਤੋਂ ਯਾਦਵਿੰਦਰ। ਹਾਂ ਤੇ ਯਾਦਵਿੰਦਰ ਟੈਲੇ ਤੋਂ ਮਿਲ ਜਾਣਗੀਆਂ। ਕੋਰੀਅਰ ਦਾ ਨੰਬਰ ਮੈਂ ਨਾ ਤੁਹਾਨੂੰ ਉਹ ਬੁੱਕ ਸੈਲਰ ਦਾ ਨੰਬਰ ਦੇ ਦਾਂਗੇ। ਤੁਹਾਨੂੰ ਉਹਨਾਂ ਨਾਲ ਗੱਲ ਕਰਕੇ ਉਹਨਾਂ ਤੋਂ ਡਿਸਪੈਚ ਕਰਾ ਲੈਣਾ। ਹਾਂ ਬੁੱਕ ਸੈਲਰ ਦਾ ਨੰਬਰ ਦੇ ਦਾਂਗੇ। ਜਿਹੜੀ ਤੁਹਾਡੀ ਰਿਕੁਆਇਰਮੈਂਟ ਹੋਈ ਉਹਨੂੰ ਕਹਿ ਦਿਓ, ਤੁਹਾਨੂੰ ਪੁੱਛਣਗੇ, ਤੁਹਾਨੂੰ ਤੁਹਾਡੇ ਨਾਲ ਗੱਲ ਕਰ ਲੈਣਗੇ। ਉਹਦੀ ਕੀ ਫੈਸਿਲਿਟੀ ਕਿਵੇਂ ਦਿੰਦੇ ਆ, ਕਿਵੇਂ ਭੇਜਦੇ ਆ, ਉਹ ਤੁਹਾਨੂੰ ਦੱਸ ਦਾਂਗੇ। ਥੈਂਕ ਯੂ। ਓਕੇ ਉਹਦਾ ਨੰਬਰ ਹੈਗਾ ਮੋਹਨ ਸਿੰਘ ਜੀ ਤੁਹਾਡੇ ਕੋਲੇ? ਉਹਦਾ ਨੰਬਰ ਦੇ ਦਿਓ ਉਹਨਾਂ ਨੂੰ। ਓਕੇ ਪਟਿਆਲਾ ਲਾ ਏਜੰਸੀ ਜਿਹੜੇ ਇੰਡਸਟਰੀ ਏਰੀਆ 'ਚ ਨੇ ਹੈਨਾ? ਓਕੇ ਓਕੇ ਠੀਕ ਹੈ। ठीक है सर। स्टैंप पैकेट पंजाबी च छप गया कि नहीं भला? हां जी मैं स्टैंप पैकेट पंजाबी च छप गया जी। ये नहीं बोलो छप गया। चलो जी छप गया जी, पंजाबी च छप गया। हां जी छप गया जी। लेट अस स्टार्ट जी। लेट अस स्टार्ट। ਆਪਾਂ ਕੱਲ ਡਿਸਕਸ ਕਰੇ ਸੀ ਪੰਜਾਬ ਲੈਂਡ ਰਿਫਾਰਮਸ ਐਕਟ 1972। ਬੁੱਕ ਨਿਕਾਲੋ ਜੀ ਪੰਜਾਬ ਲੈਂਡ ਰਿਫਾਰਮਸ 1972। ਪੰਜਾਬ ਲੈਂਡ ਰਿਫਾਰਮਸ ਐਕਟ 1972 ਆਪਣੀ ਆਪਣੀ ਬੁੱਕਸ ਨਿਕਾਲੋ ਜੀ ਸਾਰੇ। ਚੈਪਟਰ 2 ਕੱਲ ਡਿਸਕਸ ਕੀਤਾ ਸੀ ਅਸੀਂ। ਚੈਪਟਰ 2 ਚੱਲ ਰਿਹਾ ਸੀਗਾ ਕੱਲ। ਪੰਜਾਬ ਲੈਂਡ ਰਿਫਾਰਮਸ ਐਕਟ 1972 ਪੇਪਰ ਨੰਬਰ 4 ਆਪਾਂ ਪੜ੍ਹਿਆ ਸੀਗਾ ਜੀ ਕੱਲ। ਚੈਪਟਰ ਨੰਬਰ 2 ਸੀਲਿੰਗ ਔਨ ਦਾ ਲੈਂਡ ਸੈਕਸ਼ਨ 4। ਸੈਕਸ਼ਨ 4 ਕੀ ਸੀ? ਮੈਂ ਸ਼ਾਰਟ ਦੇ ਵਿੱਚ ਦੁਬਾਰਾ ਫਿਰ ਥੋੜਾ ਜਿਹਾ ਰਿਪੀਟ ਕਰਦਾ ਤਾਂ ਕਿ ਤੁਹਾਨੂੰ ਯਾਦ ਰਹੇ ਤੇ ਲੱਭਣਾ ਸੌਖਾ ਰਹੇ। ਸੈਕਸ਼ਨ 4 ਸੀਗਾ ਪਰਮਿਸਿਬਲ ਏਰੀਆ। ਪਰਮਿਸਿਬਲ ਏਰੀਆ ਇਹਦੇ ਸੈਕਸ਼ਨ 4 ਚ ਇਹ ਕਿਹਾ ਗਿਆ ਵੀ ਕੋਈ ਵੀ ਵਿਅਕਤੀ ਨੋ ਪਰਸਨ ਓਨ ਔਰ ਹੋਲਡ ਨਾ ਮਾਲਕੀ ਰੱਖ ਸਕਦਾ ਹੈ ਨਾ ਹੀ ਕਬਜ਼ਾ ਰੱਖ ਸਕਦਾ ਹੈ। कोई व्यक्ति नो पर्सन ओन और होल्ड ना मालकी रख सकता है ना ही कब्जा रख सकता है। कौन व्यक्ति कौन हो सकता है? एनी लैंड ओनर मॉर्गेज विद पोजेशन और टेनेंट। मे भी वो मालक होवे, मे भी वो मॉर्गेज विद पोजेशन होवे या मे भी वो टेनेंट होवे। वो परमिसिबल एरिया तो ਵੱਧ ਰਕਬਾ ਨਾ ਤਾਂ ਮਾਲਕੀ ਰੱਖ ਸਕਦਾ ਉਹਦੀ ਤੇ ਨਾ ਹੀ ਕਬਜ਼ਾ ਰੱਖ ਸਕਦਾ ਹੈ। ਫਿਰ ਪਰਮਿਸਿਬਲ ਏਰੀਆ ਦਾ ਮੀਨਿੰਗ ਕੀ ਹੁੰਦਾ ਹੈ? ਪਰਮਿਸਿਬਲ ਏਰੀਆ ਕਿਹਨੂੰ ਕਹਿੰਦੇ ਆ ਅਸੀਂ? ਇਹ ਸਬ ਸੈਕਸ਼ਨ 2 ਦੇ ਵਿੱਚ ਆ ਜਾਂਦਾ ਹੈ। ਅਸ਼ੋਰਡ ਇਰੀਗੇਸ਼ਨ ਜਿਹੜੀ ਜ਼ਮੀਨ ਨੂੰ ਅਸ਼ੋਰਡ ਤੌਰ ਤੇ ਪੱਕੇ ਤੌਰ ਤੇ ਪਾਣੀ ਲੱਗਦਾ ਹੋਵੇ ਅਤੇ ਸਾਲ ਦੇ ਵਿੱਚ 2 ਫਸਲਾਂ ਦਿੰਦੀ ਹੋਵੇ। ਉਹ ਕਿੰਨੀ ਰਕਬਾ ਕਿੰਨਾ ਏਰੀਆ ਰੱਖ ਸਕਦਾ ਕੋਈ ਵਿਅਕਤੀ? 7 ਹੈਕਟਰ ਰਕਬਾ ਰੱਖਿਆ ਜਾ ਸਕਦਾ ਹੈ। ਉਹ ਜ਼ਮੀਨ ਜਿਹਨੂੰ ਪਾਣੀ ਪੱਕੇ ਤੌਰ ਤੇ ਲੱਗਦਾ ਹੋਵੇ, ਸਾਲ ਦੇ ਵਿੱਚ 2 ਫਸਲਾਂ ਦਿੰਦੀ ਹੋਵੇ, ਉਹ ਜ਼ਮੀਨ ਅਸੀਂ 7 ਹੈਕਟਰ ਤੱਕ ਰੱਖ ਸਕਦੇ ਹਾਂ। ਦੈਨ ਅੱਗੇ ਆ ਗਿਆ ਅਸ਼ੋਰਡ ਇਰੀਗੇਸ਼ਨ ਪਾਣੀ ਦਾ ਲੱਗਦਾ ਹੋਵੇ ਪੱਕੇ ਤੌਰ ਤੇ ਪਰ ਫਸਲ ਸਾਲ ਦੇ ਵਿੱਚ ਇੱਕ ਦਿੰਦੀ ਹੋਵੇ ਕੋਈ ਜ਼ਮੀਨ, ਉਹ ਜ਼ਮੀਨ ਰੱਖੀ ਜਾ ਸਕਦੀ ਹੈ 11 ਹੈਕਟਰ। ਉਸ ਤੋਂ ਅੱਗੇ ਜਾਂਦਾ ਹੈ ਸੀ ਕਲੌਜ਼ ਦੇ ਵਿੱਚ ਬਰਾਨੀ ਲੈਂਡ ਕਿੰਨੀ ਰੱਖੀ ਜਾ ਸਕਦੀ ਹੈ? ਬਰਾਨੀ ਲੈਂਡ ਕੋਈ ਵਿਅਕਤੀ ਜਿਹੜੇ ਉੱਪਰ ਅਸੀਂ ਦੱਸੇ ਗਏ ਨੇ ਲੈਂਡ ਓਨਰ ਹੋਵੇ, ਟੇਨੈਂਟ ਹੋਵੇ, ਮੌਰਗੇਜ ਵਿਦ ਪੋਜੈਸ਼ਨ ਹੋਵੇ, ਉਹ ਰੱਖ ਸਕਦਾ ਹੈ 20.5 ਹੈਕਟਰ। ਦੈਨ ਆ ਜਾਂਦਾ ਬੰਜਰ ਲੈਂਡ ਜਾਂ ਕੋਈ ਹੋਰ ਕਿਸਮ ਦੀ ਜ਼ਮੀਨ ਹੋਵੇ। ਮੈਕਸਿਮਮ ਜਿਹੜੀ ਜ਼ਮੀਨ ਹੈਗੀ ਹੈ ਕੋਈ ਵੀ ਵਿਅਕਤੀ 21.8 ਹੈਕਟਰ ਤੱਕ ਰੱਖ ਸਕਦਾ ਹੈ ਜੀ। ਚਾਹੇ ਉਹ ਮਤਲਬ ਕਿ ਇੱਕ ਕੁਆਲਿਟੀ ਦੀ ਹੋਵੇ ਚਾਹੇ 2 ਕੁਆਲਿਟੀ ਦੀ ਹੋਵੇ, ਪਰ ਮੈਕਸਿਮਮ ਜਿਹੜੀ ਉਹਦੀ ਕੁਆਂਟੀਟੀ ਹੈਗੀ ਹੈ
ਜਿਹੜੀ ਲੈਂਡ ਹੈ 21.8 ਹੈਕਟਰ ਤੋਂ ਵੱਧ ਕੋਈ ਵਿਅਕਤੀ ਰੱਖ ਨਹੀਂ ਸਕਦਾ ਪਰਸਨ। ਹਾਂਜੀ ਸੈਕਸ਼ਨ 4 ਪੜ੍ਹ ਰਹੇ ਹਾਂ ਆਪਾਂ ਪਰਮਿਸਿਬਲ ਏਰੀਆ ਚੈਪਟਰ ਨੰਬਰ 2 ਜਿਹੜਾ ਕੱਲ ਪੜ੍ਹਿਆ ਸੀ ਆਪਾਂ ਉਸਨੂੰ ਥੋੜਾ 2 ਮਿੰਟ ਲਈ ਰਿਵਾਈਜ਼ ਕਰਾਂਗੇ। ਚੈਪਟਰ ਨੰਬਰ 2 ਸੈਕਸ਼ਨ ਨੰਬਰ 4 ਪਰਮਿਸਿਬਲ ਏਰੀਆ। ਜਿਹੜੀ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ ਪੱਕੇ ਤੌਰ ਤੇ ਸਾਲ 'ਚ ਫਸਲਾਂ 2 ਦਿੰਦੀ ਹੋਵੇ ਉਹ ਜ਼ਮੀਨ ਰੱਖੀ ਜਾ ਸਕਦੀ ਹੈ 7 ਹੈਕਟਰ। ਜਿਹੜੀ ਜ਼ਮੀਨ ਨੂੰ ਪਾਣੀ ਤਾਂ ਲੱਗਦਾ ਹੋਵੇ ਪਰ ਸਾਲ 'ਚ ਫਸਲ ਸਿਰਫ ਇੱਕ ਹੁੰਦੀ ਹੋਵੇ ਉਹ ਜ਼ਮੀਨ ਰੱਖੀ ਜਾ ਸਕਦੀ ਹੈ 11 ਹੈਕਟਰ। ਜਿਹੜੀ ਜ਼ਮੀਨ ਬਰਾਨੀ ਹੋਵੇ ਪੱਕੇ ਤੌਰ ਤੇ ਪਾਣੀ ਕੋਈ ਨਾ ਲੱਗਦਾ ਹੋਵੇ ਸਿਰਫ ਬਾਰਿਸ਼ ਦੇ ਪਾਣੀ ਉੱਪਰ ਨਿਰਭਰ ਕਰਦੀ ਹੋਵੇ ਉਹ ਜ਼ਮੀਨ ਰੱਖੀ ਜਾ ਸਕਦੀ ਹੈ 20.5 ਹੈਕਟਰ। ਤੇ ਇਸ ਤੋਂ ਇਲਾਵਾ ਜੇ ਕੋਈ ਬੰਜਰ ਲੈਂਡ ਹੈਗੀ ਹੈ ਜਾਂ ਹੋਰ ਕੁਆਲਿਟੀ ਦੀ ਕੋਈ ਲੈਂਡ ਹੈਗੀ ਹੈ ਮਾੜੀ ਜ਼ਮੀਨ ਹੈਗੀ ਹੈ ਮੈਕਸਿਮਮ ਜਿਹੜੀ ਜ਼ਮੀਨ ਰੱਖੀ ਜਾ ਸਕਦੀ ਹੈ ਉਹ ਹੈਗੀ ਹੈ 21.8 ਹੈਕਟਰ। ਇਹਦੇ ਵਿੱਚ ਅੱਗੇ ਹੈਗਾ ਸਬਸੈਕਸ਼ਨ 3 ਦੇ ਵਿੱਚ ਕਿਹਾ ਗਿਆ ਜਿਹੜੇ ਬਾਗ ਨੇ ਬਾਗ ਨੂੰ ਅਸੀਂ ਬਰਾਨੀ ਦੇ ਵਿੱਚ ਕਾਊਂਟਿੰਗ ਕਰਦੇ ਹਾਂ ਜੀ। ਔਰਚਰਡ ਜਿਹੜੇ ਉਸ ਵੇਲੇ 21/2071 ਨੂੰ ਜਿਹੜੇ ਬਾਗ ਲੱਗੇ ਹੋਏ ਸੀਗੇ ਉਹਨਾਂ ਨੂੰ ਅਸੀਂ ਬਰਾਨੀ ਦੇ ਵਿੱਚ ਕਾਊਂਟ ਕਰਦੇ ਹਾਂ। ਅੱਗੇ ਸਬਸੈਕਸ਼ਨ 5 ਜਿਹਦੇ ਚ ਆ ਜਾਂਦੇ ਟ੍ਰਾਂਸਫਰ ਸੇਲ ਗਿਫਟ ਮੌਰਗੇਜ। ਜੇ ਕਿਸੇ ਵਿਅਕਤੀ ਨੇ ਕੋਈ 21/1971 ਜਿਹੜਾ ਅਪਾਇੰਟਡ ਡੇ ਹੈ ਜਿਸ ਤਰੀਕ ਤੋਂ ਇਹ ਜਿਹੜਾ ਐਕਟ ਸੀਗਾ ਲਾਗੂ ਹੋਇਆ ਸੀਗਾ 21/1971 ਬੇਸ਼ੱਕ ਇਹ ਜਿਹੜਾ ਐਕਟ ਹੈ ਉਹ ਇਹਦੀ ਜਿਹੜੀ ਨੋਟੀਫਿਕੇਸ਼ਨ ਹੋਈ ਹੈ ਉਹ ਹੋਈ ਸੀਗੀ 2/4/1973 ਨੂੰ ਨੋਟੀਫਿਕੇਸ਼ਨ ਹੋਈ ਸੀਗੀ ਪਰ ਜਿਹੜਾ ਇਹ ਹੈਗਾ ਸੀ ਐਕਟ ਲਾਗੂ ਹੋਇਆ ਸੀ 24/1/1971 ਤੋਂ। ਜੇਕਰ 24/1/1971 ਤੋਂ ਬਾਅਦ ਕਿਸੇ ਵਿਅਕਤੀ ਨੇ ਇਹਦੇ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਕਿਸੇ ਵਿਅਕਤੀ ਨੇ ਕੋਈ ਜ਼ਮੀਨ ਟ੍ਰਾਂਸਫਰ ਕਰ ਦਿੱਤੀ ਕੋਈ ਸੇਲ ਕਰ ਦਿੱਤੀ ਕੋਈ ਮੌਰਗੇਜ ਕਰ ਦਿੱਤੀ ਕਿਸੇ ਨੂੰ ਗਹਿਣੇ ਦੇ ਦਿੱਤੀ ਤਾਂ ਜਿਹੜੀ ਉਹ ਹੈਗੀ ਹੈ ਉਹ ਮਤਲਬ ਕਿ ਮੰਨੀ ਨਹੀਂ ਜਾਏਗੀ ਇਲੀਗਲ ਮੰਨੀ ਜਾਏਗੀ। ਟ੍ਰਾਂਸਫਰ ਸੇਲ ਗਿਫਟ ਐਟਸੈਟਰਾ ਇਹ ਸਬਸੈਕਸ਼ਨ 5 ਕਹਿੰਦਾ ਜੀ ਇਹਦਾ 4 ਸੈਕਸ਼ਨ ਦਾ ਵੀ ਉਹ ਇਲੀਗਲ ਮੰਨੀ ਜਾਏਗੀ। ਇਸੇ ਤਰ੍ਹਾਂ ਹੀ ਇਹਦੇ ਵਿੱਚ ਇਹ ਅੱਗੇ ਜਾ ਕੇ ਇਹਨੇ ਇੱਕ ਕਲੌਜ਼ ਦਿੱਤੀ ਹੈ 6 ਕਲੌਜ਼ ਕੀ ਕਿਹਾ ਵੀ ਜਿਹੜੀ ਬੰਜਰ ਲੈਂਡ ਹੈਗੀ ਹੈ ਬੰਜਰ ਲੈਂਡ ਨੂੰ ਤੁਸੀਂ ਕਿਵੇਂ ਕਾਊਂਟ ਕਰਨਾ ਹੈ। ਬੰਜਰ ਲੈਂਡ ਜਿਹੜੀ ਹੈਗੀ ਹੈ ਬਰਾਨੀ ਲੈਂਡ ਦੇ ਬਰਾਬਰ ਬੰਜਰ ਲੈਂਡ ਹੋਏਗੀ 1.25 ਹੈਕਟਰ ਤੇ ਬਰਾਨੀ ਲੈਂਡ ਜੇ 1 ਹੈਕਟਰ ਹੋਏਗੀ ਤਾਂ ਜਿਹੜੀ ਬੰਜਰ ਲੈਂਡ ਹੋਏਗੀ ਉਹ 1.25 ਹੈਕਟਰ ਦੇ ਬਰਾਬਰ ਮੰਨੀ ਜਾਏਗੀ। ਇਹ ਸਬਸੈਕਸ਼ਨ ਜਿਹੜੀ 6 ਦੇ ਵਿੱਚ ਦੱਸਿਆ ਗਿਆ। ਨੈਕਸਟ ਅੱਗੇ ਸੇ ਪੜਿਆ ਸੀਗਾ ਸੈਕਸ਼ਨ 5 ਸਿਲੈਕਸ਼ਨ ਆਫ ਪਰਮਿਸਿਬਲ ਏਰੀਆ ਐਂਡ ਡਿਕਲੇਰੇਸ਼ਨ। ਕੋਈ ਵੀ ਵਿਅਕਤੀ ਜਦੋਂ ਕਿਸੇ ਕੋਲੇ ਪਰਮਿਸਿਬਲ ਏਰੀਆ ਤੋਂ ਜ਼ਿਆਦਾ ਰਕਬਾ ਹੁੰਦਾ ਹੈ ਤਾਂ ਉਹਨੂੰ ਆਪਣੇ ਜਿਹੜੇ ਪਰਮਿਸਿਬਲ ਏਰੀਆ ਦੀ ਸਿਲੈਕਸ਼ਨ ਕਰਨੀ ਪੈਂਦੀ ਹੈ। ਸਿਲੈਕਸ਼ਨ ਕਰਕੇ ਸਿਲੈਕਸ਼ਨ ਦੇ ਨਾਲ ਨਾਲ ਕੀ ਹੁੰਦਾ ਹੈ ਪਰਫਾਰਮਾ ਭਰਨਾ ਪੈਂਦਾ ਇੱਕ ਆਪਣਾ ਜਿਹਨੂੰ ਆਪਾਂ ਰਿਟਰਨ ਕਹਿ ਦਿੰਦੇ ਆ। ਉਸ ਰਿਟਰਨ ਦੇ ਨਾਲ ਇੱਕ ਡਿਕਲੇਰੇਸ਼ਨ ਵੀ ਦੇਣੀ ਪੈਂਦੀ ਹੈ। ਕੰਸਰਨਡ ਪਟਵਾਰੀ ਹਲਕਾ ਜਿੱਥੇ ਉਹ ਬੰਦਾ ਰਹਿੰਦਾ ਹੋਵੇ ਜਾਂ ਜਿੱਥੇ ਉਹਦੀ ਸਭ ਤੋਂ ਵੱਧ ਜ਼ਮੀਨ ਹੋਵੇ ਉਸ ਇਲਾਕੇ ਦੇ ਵਿੱਚ ਉਸ ਇਲਾਕੇ ਦੇ ਪਟਵਾਰੀ ਨੂੰ ਆਪਦੀ ਜਿਹੜੀ ਰਿਟਰਨ ਹੈ ਭਰ ਕੇ ਦੇਗਾ ਤੇ ਨਾਲ ਉਹਦੇ ਨਾਲ ਆਪਦੀ ਡਿਕਲੇਰੇਸ਼ਨ ਵੀ ਲਾਏਗਾ। ਜਿੱਥੇ ਜਿੱਥੇ ਉਹਦੀ ਜਿਹਨਾਂ ਪਿੰਡਾਂ ਵਿੱਚ ਜ਼ਮੀਨ ਪੈਂਦੀ ਆ ਉਹ ਆਪਣੀ ਡਿਕਲੇਰੇਸ਼ਨ ਕੋਡ ਕਰੇਗਾ ਆਇਡੈਂਟੀਫਾਈ ਕਰੇਗਾ ਦੱਸੇਗਾ ਵੀ ਇੱਥੇ ਇੱਥੇ ਮੇਰੀ ਜ਼ਮੀਨ ਹੈਗੀ ਹੈ ਤੇ ਆਹ ਪਿੰਡਾਂ 'ਚ ਮੇਰੀ ਜ਼ਮੀਨ ਹੈ ਇਸ ਡਿਸਟ੍ਰਿਕਟ 'ਚ ਮੇਰੀ ਜ਼ਮੀਨ ਪੈਂਦੀ ਹੈ ਉਹ ਦੱਸੇਗਾ ਸਾਰਾ ਕੁਝ ਜੀ। ਦੂਜਾ ਸੈਕਸ਼ਨ 6 ਚ ਕੀ ਹੈ ਜੇ ਉਹ ਵਿਅਕਤੀ ਕੋਈ ਇਦਾਂ ਦੀ ਇਨਫੋਰਮੇਸ਼ਨ ਦੇ ਫੇਲ ਹੋ ਜਾਵੇ ਦੇਵੇ ਨਾ ਤਾਂ ਕਲੈਕਟਰ ਕੋਲੇ ਪਾਵਰ ਹੈਗੀ ਹੈ ਉਹ ਆਪਣੀ ਜਿਹੜਾ ਸਟਾਫ ਹੈਗਾ ਰੈਵਨਿਊ ਏਜੰਸੀ ਹੈਗੀ ਆ ਪਟਵਾਰੀ ਹਲਕਾ ਕਾਨੂੰਗੋ ਹਲਕਾ ਤਾਂ ਜਿਹੜਾ ਕੰਸਰਨਡ ਆਫੀਸਰ ਰੈਵਨਿਊ ਤਹਿਸੀਲਦਾਰ ਹੈਗਾ ਉਹ ਆਪਣੇ ਰੈਵਨਿਊ ਸਟਾਫ ਦੇ ਰਾਹੀਂ ਜਿਹੜੀ ਪਰਟੀਕੂਲਰ ਪਰਸਨ ਦੇ ਸੰਬੰਧ ਵਿੱਚ ਜਿਹਨੇ ਕੋਈ ਆਪਦੀ ਰਿਟਰਨ ਭਰ ਕੇ ਨਹੀਂ ਦਿੱਤੀ ਉਹਦੇ ਰਿਗਾਰਡਿੰਗ ਇਨਫੋਰਮੇਸ਼ਨ ਲੈ ਸਕਦਾ ਹੈ। ਦੈਨ ਸੈਕਸ਼ਨ 7 ਸੀਗਾ 7 ਕੀ ਹੈ ਡਿਟਰਮੀਨੇਸ਼ਨ ਆਫ ਪਰਮਿਸਿਬਲ ਏਰੀਆ ਐਂਡ ਸਰਪਲਸ ਏਰੀਆ। ਜਦੋਂ ਇਹ ਕਾਰਵਾਈ ਹੋ ਗਈ ਕਿਸੇ ਹਰ ਬੰਦੇ ਨੇ ਆਪਣੀ ਰਿਟਰਨ ਭਰ ਕੇ ਦੇ ਦਿੱਤੀ ਜਿਹਦੇ ਕੋਲੇ ਜਿਸਨੇ ਪਰਮਿਸਿਬਲ ਏਰੀਆ ਸਿਲੈਕਟ ਕਰ ਲਿਆ ਸਰੈਂਡਰ ਕਰ ਦਿੱਤਾ ਆਪਣਾ ਜਿਹੜਾ ਸਰਪਲਸ ਏਰੀਆ ਸਰੈਂਡਰ ਕਰ ਦਿੱਤਾ ਤਾਂ ਇਸ ਤੋਂ ਬਾਅਦ ਕੀ ਹੋਏਗਾ ਕਲੈਕਟਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਆਰਡਰ ਜਾਰੀ ਕੀਤਾ ਜਾਏਗਾ ਡਿਟਰਮਿਨ ਕੀਤਾ ਜਾਏਗਾ ਵੀ ਕਿਸ ਪਾਰਟਿਕੂਲਰ ਵਿਅਕਤੀ ਦਾ ਕਿਹੜਾ ਏਰੀਆ ਅਸੀਂ ਉਸ ਨੂੰ ਪਰਮਿਸਿਬਲ ਏਰੀਆ ਡਿਕਲੇਅਰ ਕੀਤਾ ਜਾਂਦਾ ਹੈ ਤੇ ਕਿਹੜਾ ਏਰੀਆ ਉਹਦਾ ਹੈਗਾ ਜਿਹੜਾ ਸਰਪਲਸ ਡਿਕਲੇਅਰ ਕੀਤਾ ਜਾਂਦਾ ਹੈ। ਇਨਕੁਆਇਰੀ ਹੋਏਗੀ ਪਹਿਲਾਂ ਦੇਖਿਆ ਜਾਏਗਾ ਰਿਪੋਰਟ ਦੇਖਿਆ ਜਾਏਗਾ ਸਾਰਾ ਵੀ ਕੀ ਜਿਹੜੀ ਰਿਟਰਨ ਭਰ ਕੇ ਦਿੱਤੀ ਗਈ ਠੀਕ ਹੈ ਜੇ ਰਿਟਰਨ ਭਰ ਕੇ ਦਿੱਤੀ ਗਈ ਸਾਰੀ ਉਹਨੂੰ ਸਾਬਤ ਹੁੰਦੀ ਹੈ ਠੀਕ ਹੁੰਦੀ ਹੈ ਤੇ ਦੈਨ
ਪਾਰਟਿਕੂਲਰ ਪਰਸਨ ਦੇ ਸੰਬੰਧ ਵਿੱਚ, ਹਰ ਇੱਕ ਵਿਅਕਤੀ ਦੇ ਸੰਬੰਧ ਵਿੱਚ ਜਿਹੜਾ ਹੈਗਾ ਕਲੈਕਟਰ ਵੱਲੋਂ ਆਰਡਰ ਕੀਤਾ ਜਾਏਗਾ ਇਨਕੁਆਇਰੀ ਉਪਰੰਤ ਇਹ ਪਾਰਟਿਕੂਲਰ ਏਰੀਆ ਉਹਦਾ ਹੈਗਾ ਪਰਮਿਸਿਬਲ ਏਰੀਆ ਤੇ ਇਹ ਜਿਹੜਾ ਏਰੀਆ ਸੀ ਸਰਪਲਸ ਡਿਕਲੇਅਰ ਕੀਤਾ ਜਾਂਦਾ ਹੈ। ਦੈਨ ਅੱਗੇ ਸਬਸੈਕਸ਼ਨ 2 ਹੈਗੀ ਹੈ 7 ਦੀ, ਰਿਟਰਨ ਨਾਟ, ਜੇ ਉਹ ਰਿਟਰਨ ਭਰ ਕੇ ਨਹੀਂ ਦਿੰਦਾ ਜਾਂ ਰਿਟਰਨ ਗਲਤ ਭਰ ਕੇ ਦੇ ਦਿੰਦਾ ਹੈ, ਇਹ ਸਾਬਤ ਹੋ ਜਾਂਦਾ ਹੈ, ਦੈਨ ਹੀ ਇਜ਼ ਪਨਿਸ਼ੇਬਲ। ਇਸ ਐਕਟ ਦੇ ਵਿੱਚ ਦੱਸਿਆ ਗਿਆ ਵੀ ਜੇ ਕੋਈ ਵਿਅਕਤੀ ਆਪਣੀ ਰਿਟਰਨ ਭਰ ਕੇ ਨਹੀਂ ਦਿੰਦਾ ਜਾਂ ਰਿਟਰਨ ਗਲਤ ਭਰ ਕੇ ਦੇ ਦਿੰਦਾ ਜਾਣਬੁੱਝ ਕੇ, ਤਾਂ ਕਲੈਕਟਰ ਕੋਲ ਪਾਵਰ ਹੈਗੀ ਹੈ ਕਿ ਉਸ ਨੂੰ ਪਨਿਸ਼ਮੈਂਟ ਕੀਤੀ ਜਾ ਸਕਦੀ ਹੈ। ਕਿੰਨੀ ਕੀਤੀ ਜਾ ਸਕਦੀ ਹੈ? 2 ਸਾਲ ਦੀ। 2 ਸਾਲ ਦੀ ਸਜ਼ਾ ਵੀ ਕੀਤੀ ਜਾ ਸਕਦੀ ਹੈ, 2000 ਰੁਪਏ ਫਾਈਨ ਵੀ ਕੀਤਾ ਜਾ ਸਕਦਾ ਹੈ, ਕੱਲਾ ਵੀ ਕੀਤਾ ਜਾ ਸਕਦਾ ਹੈ, ਦੋਨੋਂ ਵੀ ਕੀਤੇ ਜਾ ਸਕਦੇ ਨੇ। ਦੈਨ ਸੈਕਸ਼ਨ ਜਿਹੜਾ 3 ਹੈ ਇਹ ਇਹਦੇ ਵਿੱਚ ਇਗਨੋਰ ਕੀਤਾ ਗਿਆ, ਡਿਲੀਟ ਕੀਤਾ ਗਿਆ। ਸੈਕਸ਼ਨ 4 ਦੇ ਵਿੱਚ ਕੀ ਹੈ? ਸਬਸੈਕਸ਼ਨ 4 ਚ ਕੀ ਹੈ? ਜਜਮੈਂਟ ਹੋ ਜਾਵੇ, ਕੋਈ ਡਿਕਰੀ ਹੋ ਜਾਵੇ, ਕੋਈ ਆਰਡਰ ਹੋ ਜਾਵੇ ਕਿਸੇ ਸਿਵਲ ਕੋਰਟ ਵੱਲੋਂ 24/1971 ਤੋਂ ਬਾਅਦ 2/4/1973 ਤੋਂ ਪਹਿਲਾਂ ਕੋਈ ਕੋਰਟ ਚ ਕੋਈ ਵਿਅਕਤੀ ਆਪਣੀ ਜ਼ਮੀਨ ਨੂੰ ਬਚਾਉਣ ਦੀ ਖਾਤਰ, ਸਰਪਲਸ ਏਰੀਆ ਨੂੰ ਘਟਾਉਣ ਦੀ ਖਾਤਰ ਕੋਈ ਆਰਡਰ ਲੈ ਲੈਂਦਾ, ਕੋਈ ਡਿਗਰੀ ਪਾਸ ਕਰਵਾ ਲੈਂਦਾ ਹੈ, ਕੋਈ ਮਿਕਸਚਰ ਡਿਗਰੀ ਲੈ ਲੈਂਦਾ ਹੈ, ਠੀਕ ਹੈ ਜੀ, ਕੋਈ ਜਜਮੈਂਟ ਕਰਵਾ ਲੈਂਦਾ ਹੈ, ਦੈਟ ਵਿਲ ਬੀ ਇਗਨੋਰਡ। ਜਦੋਂ ਉਹਦੀ ਕੈਲਕੂਲੇਸ਼ਨ ਕਰਨੀ ਹੈ, ਉਹਦੇ ਰਕਬੇ ਦੀ ਕੈਲਕੂਲੇਸ਼ਨ ਕਰਨੀ ਹੈ ਫਾਰ ਦਾ ਪਰਪਸ ਆਫ ਦਾ ਟੂ ਡਿਕਲੇਅਰ ਦਾ ਸਰਪਲਸ ਏਰੀਆ, ਤਾਂ ਜਿਹੜੀਆਂ ਉਹ ਜਜਮੈਂਟਸ ਹੋਈਆਂ ਹੋਣਗੀਆਂ ਸਿਵਲ ਕੋਰਟ ਵੱਲੋਂ ਉਹਨੂੰ ਇਗਨੋਰ ਕੀਤਾ ਜਾਵੇਗਾ। ਇਸੇ ਤਰ੍ਹਾਂ ਕੋਈ ਵਿਅਕਤੀ ਬਹੁਤ ਵੱਡਾ ਲੈਂਡਲੋਰਡ ਹੈ, ਉਹ ਉਸ ਇਸੇ ਪੀਰੀਅਡ ਦੇ ਵਿੱਚ 24/1971 ਤੋਂ ਬਾਅਦ, ਦੇਖੋ 24/1971 ਤੋਂ ਪਹਿਲਾਂ ਉਹਨੇ ਕੋਈ ਟੈਨੈਂਸੀ ਦਿੱਤੀ ਵੀ ਹੈ, ਦੈਟ ਇਜ਼ ਵੈਲਿਡ। ਜੀ 24/1971 ਤੋਂ ਬਾਅਦ ਉਹ ਕੋਈ ਟੈਨੈਂਸੀ ਦਿੰਦਾ ਕਿਸੇ ਵਿਅਕਤੀ ਨੂੰ 10 ਕਿੱਲੇ 20 ਕਿੱਲੇ, 2-3 ਵਿਅਕਤੀਆਂ ਨੂੰ 4 ਵਿਅਕਤੀਆਂ ਦੀ ਜ਼ਮੀਨ ਵੰਡ ਦਿੰਦਾ ਆਪਣੀ ਸਰਪਲਸ ਏਰੀਆ ਡਿਕਲੇਅਰ ਹੋਣ ਤੋਂ ਬਚਾਉਣ ਦੀ ਖਾਤਰ 2/4/1973 ਤੋਂ ਪਹਿਲਾਂ 24/1971 ਤੋਂ ਬਾਅਦ ਇਹ ਜਿਹੜਾ ਵਿਚਕਾਰਲਾ ਪੀਰੀਅਡ ਹੈ ਲਗਭਗ 2 ਸਾਲ ਦਾ, ਇਸ ਸਮੇਂ ਦੇ ਵਿੱਚ ਉਹ ਵੱਖ-ਵੱਖ ਲੋਕਾਂ ਨੂੰ ਆਪਣੀ ਜ਼ਮੀਨ ਐਜ਼ ਏ ਟੈਨੈਂਸੀ, ਐਜ਼ ਏ ਮਤਲਬ ਮੁਰਤਿਨ ਦੇ ਦਿੰਦਾ ਹੈ, ਦੈਟ ਇਜ਼ ਆਲਸੋ ਇਨਵੈਲਿਡ। ਉਹਨੂੰ ਵੀ ਇਗਨੋਰ ਕੀਤਾ ਜਾਵੇਗਾ, ਉਹਨੂੰ ਵੀ ਨਹੀਂ ਮੰਨਿਆ ਜਾਵੇਗਾ ਫਾਰ ਦਾ ਪਰਪਸ ਟੂ ਡਿਕਲੇਅਰ ਦਾ ਸਰਪਲਸ ਏਰੀਆ ਉਹ ਹੈ ਪਾਰਟਿਕੂਲਰ ਪਰਸਨ। ਸੈਕਸ਼ਨ 8 ਕੀ ਕਹਿਣਾ ਸੀਗਾ ਜੀ? ਸੈਕਸ਼ਨ 8 ਦੇ ਵਿੱਚ ਹੈਗਾ ਵੈਸਟਿੰਗ ਆਫ ਦਾ ਅਨਯੂਟਿਲਾਈਜ਼ਡ ਏਰੀਆ। ਸਟੇਟ ਗਵਰਨਮੈਂਟ ਜਿਹੜਾ ਕੋਈ ਏਰੀਆ ਪੈਪਸੂ ਐਕਟ ਦੇ ਵਿੱਚ, ਪੰਜਾਬ ਐਕਟ ਦੇ ਵਿੱਚ, ਪੰਜਾਬ ਐਕਟ ਕਿਹੜਾ ਸੀ 1953, ਪੈਪਸੂ ਐਕਟ ਕਿਹੜਾ ਸੀ 1955 ਤੇ ਲੈਂਡ ਫਾਰਮਸ ਐਕਟ 1972, ਇਹ ਤਿੰਨੇ ਐਕਟਾਂ ਦੇ ਵਿੱਚ ਜੇ ਕੋਈ ਜ਼ਮੀਨ ਹੈ ਅਨਯੂਟਿਲਾਈਜ਼ ਕੀਤੀ ਗਈ ਸਰਕਾਰ ਵੱਲੋਂ, ਅਜੇ ਯੂਟਿਲਾਈਜ਼ ਨਹੀਂ ਕੀਤੀ ਗਈ, ਸਰਪਲਸ ਡਿਕਲੇਅਰ ਤਾਂ ਹੋ ਗਈ ਪਰ ਫਿਲਹਾਲ ਯੂਟਿਲਾਈਜ਼ ਨਹੀਂ ਕੀਤੀ ਗਈ ਕਿਸੇ ਸਕੀਮ ਦੇ ਤਹਿਤ, ਤਾਂ ਜਿਹੜੀ ਉਹ ਪਾਰਟਿਕੂਲਰ ਏਰੀਆ ਹੈਗਾ ਉਹ ਲੈਂਡ ਹੈਗੀ ਹੈ ਉਹ ਸਰਕਾਰ ਦੀ ਵੈਸਟ ਕਰੇਗੀ, ਪਰ ਸ਼ਰਤ ਇਹ ਹੈ ਵੀ ਸਰਕਾਰ ਨੇ ਉਹਦਾ ਕਬਜ਼ਾ ਲੈ ਲਿਆ ਹੋਵੇ। ਠੀਕ ਹੈ ਜੀ, ਪੋਜੈਸ਼ਨ ਟੇਕਨ ਜ਼ਰੂਰੀ ਹੈ। ਇਹਦੇ ਵਿੱਚ ਸਰਪਲਸ ਡਿਕਲੇਅਰ ਕਰ ਦਿੱਤੀ ਕਿਸੇ ਦੀ ਕੋਈ ਪ੍ਰਾਪਰਟੀ, ਉਹਦਾ ਕਬਜ਼ਾ ਨਹੀਂ ਲਿਆ ਗਿਆਗਾ, ਤਾਂ ਅਸੀਂ ਉਸ ਨੂੰ ਉਸ ਵੇਲੇ ਤੱਕ ਜਦੋਂ ਕਬਜ਼ਾ ਨਹੀਂ ਲਿਆ ਜਾਂਦਾ ਉਹਦੇ ਜਿਹੜੇ ਰਾਈਟਸ ਨੇ ਪਰਮਾਨੈਂਟਲੀ ਤੌਰ ਤੇ ਗਵਰਨਮੈਂਟ ਦੇ ਨਹੀਂ ਮੰਨੇ ਜਾਂਦੇ। ਦੈਨ ਅਸੀਂ ਪੜਿਆ ਸੀਗਾ ਪਾਵਰ ਟੂ ਟੇਕ ਪੋਜੈਸ਼ਨ, ਸੈਕਸ਼ਨ 9 ਪੜਿਆ ਸੀਗਾ ਜੀ। ਉਹਦੇ ਚ ਕੀ ਸੀਗਾ ਵੀ ਜਦੋਂ ਕੋਈ ਜ਼ਮੀਨ ਸਰਪਲਸ ਡਿਕਲੇਅਰ ਹੋ ਗਈ ਤਾਂ ਉਹਦੇ ਕੋਲੇ ਉਸ ਤੋਂ ਬਾਅਦ ਕਲੈਕਟਰ ਕੋਲੇ ਕੀ ਪਾਵਰਸ ਨੇ ਉਹਦਾ ਕਬਜ਼ਾ ਲੈਣ ਦੀਆਂ। ਕਲੈਕਟਰ ਆਰਡਰ ਕਰੇਗਾ ਪਾਰਟਿਕੂਲਰ ਵਿਅਕਤੀ ਨੂੰ ਜਿਸ ਦੇ ਰਕਬਾ ਡਿਕਲੇਅਰ ਕੀਤਾ ਗਿਆ ਉਹਦੇ ਨਾਂ ਤੇ ਇੱਕ ਆਰਡਰ ਹੋਏਗਾ ਵੀ ਇਹ ਜਿਹੜਾ ਰਕਬਾ ਪਾਰਟਿਕੂਲਰ ਦਾ ਜਿਹੜਾ ਸਰਪਲਸ ਡਿਕਲੇਅਰ ਕੀਤਾ ਗਿਆ ਸੀਗਾ ਇਹ ਫਲਾਣੇ ਵਿਅਕਤੀ ਨੂੰ ਅਸੀਂ ਅਲਾਟ ਕੀਤਾ ਹੈ, ਜਾਂ ਅਲਾਟ ਕਿਸੇ ਜਾਂ ਉਹਦੇ ਥਾਂ ਤੇ ਕੋਈ ਹੋਰ ਵਿਅਕਤੀ ਰੈਵਨਿਊ ਆਫੀਸਰ ਵੀ ਹੋਵੇ ਜਾਂ ਅਲਾਟੀ ਹੋਵੇ ਵੀ ਉਸ ਨੂੰ ਇਹਦਾ ਕਬਜ਼ਾ ਜਿਹੜਾ ਹੈਗਾ 10 ਦਿਨ ਦੇ ਅੰਦਰ ਅੰਦਰ ਦਿੱਤਾ ਜਾਵੇ। ਜੇਕਰ ਕਬਜ਼ਾ 10 ਦਿਨ ਦੇ ਅੰਦਰ ਅੰਦਰ ਵਿਅਕਤੀ ਦੇਣ ਤੋਂ ਇਨਕਾਰ ਕਰਦਾ ਹੈ, ਬਿਲਕੁਲ ਇਨਕਾਰ ਕਰਦਾ ਹੈ, ਜਾਣਬੁੱਝ ਕੇ ਇੱਧਰ ਉੱਧਰ ਹੁੰਦਾ ਹੈ, ਕਬਜ਼ਾ ਨਹੀਂ ਦਿੰਦਾ, ਤਾਂ ਕਲੈਕਟਰ ਕੋਲ ਪਾਵਰ ਹੈਗੀ ਹੈ, ਯਾਨੀ ਕਿ ਰੈਵਨਿਊ ਆਫੀਸਰ ਕੋਲ ਪਾਵਰ ਹੈਗੀ ਹੈ ਵਿਦ ਫੋਰਸ, ਪੁਲਿਸ ਦੀ ਮਦਦ ਦੇ ਨਾਲ ਜਿਹੜਾ ਕਬਜ਼ਾ ਉਹਦਾ ਲਿਆ ਜਾ ਸਕਦਾ ਹੈ। ਫਿਰ ਸੈਕਸ਼ਨ 10 ਅਸੀਂ ਪੜਿਆ ਸੀਗਾ, ਇਹ ਕੀ ਸੀਗਾ? ਇਹਦੇ ਵਿੱਚ ਸੀਗਾ ਵੀ ਜਿਹੜੀ ਲੈਂਡ ਕਿਸੇ ਦੀ ਸਰਪਲਸ ਡਿਕਲੇਅਰ ਹੋ ਗਈ ਉਹਦੇ ਬਦਲੇ ਚ ਉਹਨੂੰ ਕੀ ਅਮਾਉਂਟ ਦਿੱਤੀ ਜਾਣੀ ਹੈ, ਉਹਦੇ ਬਦਲੇ ਚ ਉਹਨੂੰ ਕੀ ਅਮਾਉਂਟ ਦਿੱਤੀ ਜਾਣੀ ਹੈ, ਯਾਨੀ ਕਿ ਇਹ ਜਿਹੜੀ ਅਮਾਉਂਟ ਹੈ ਇਹ ਅਮਾਉਂਟ ਜਿਹੜੇ ਅਲਾਟੀ ਜਿਹਨੂੰ ਰਕਬਾ ਅਲਾਟ ਕੀਤਾ ਜਾਂਦਾ ਹੈ ਉਹਨਾਂ ਤੋਂ ਰਿਕਵਰ ਹੁੰਦੀ ਹੈ ਤੇ ਅੱਗੇ ਜਿਹੜੇ ਮਾਲਕਾਂ ਦਾ ਰਕਬਾ ਉਹ ਸਰਪਲਸ ਡਿਕਲੇਅਰ ਕੀਤਾ ਗਿਆ ਸੀ ਉਹਨਾਂ ਦੇ ਜੇ ਡਿਸਪਰਸ ਕੀਤੀ ਜਾਂਦੀ ਹੈ ਐਜ਼ ਪਰ ਦੇਅਰ ਸ਼ੇਅਰ। ਇਹਦੇ ਵਿੱਚ ਕੀ ਸੀਗਾ? ਇਹਦਾ ਕੀ ਟੇਬਲ ਬਣਾਇਆ ਗਿਆ ਹੈ? 3 ਹੈਕਟਰ ਜਿਹੜੇ ਪਹਿਲੇ ਹੈਗੇ, ਪਹਿਲੇ 3 ਹੈਕਟਰ ਦੇ ਉੱਤੇ ਕਿੰਨਾ ਲੱਗੇਗਾ ਮਾਮਲਾ ਮੁਆਵਜ਼ਾ, ਯਾਨੀ ਕਿ ਮੁਆਵਜ਼ਾ ਕੇ ਲਈ ਫੇਅਰ ਰੈਂਟ ਆਫ ਦਾ 12 ਟਾਈਮਸ, ਜਿੰਨਾ ਉਸ ਜ਼ਮੀਨ ਦਾ ਫੇਅਰ ਰੈਂਟ ਬਣਦਾ ਹੈ 3 ਹੈਕਟਰ ਦਾ, 1 ਹੈਕਟਰ ਦਾ ਸੌਰੀ ਕਿ ਫੇਅਰ ਰੈਂਟ ਬਣਦਾ ਹੈ, ਉਸ ਫੇਅਰ ਰੈਂਟ ਦਾ 12 ਗੁਣਾ ਜਾਂ ਮੈਕਸਿਮਮ 5000 ਰੁਪਏ ਪਰ ਹੈਕਟਰ ਜਿਹੜਾ ਮੁਆਵਜ਼ਾ ਹੈਗਾ ਉਸ ਵਿਅਕਤੀ ਨੂੰ ਦਿੱਤਾ ਜਾਵੇਗਾ। ਜਿਹੜੇ ਨੈਕਸਟ 3 ਹੈਕਟਰ ਹੈਗੇ ਆ ਹੋਰ,
ਮੰਨ ਲਓ 3 ਹੈਕਟਰ ਤੋਂ ਵੱਧ ਜ਼ਮੀਨ ਅਕਵਾਇਰ ਹੋਈ ਹੈ, ਸਰਪਲਸ ਡਿਕਲੇਅਰ ਹੋਈ ਹੈ, 5 ਹੈਕਟਰ ਹੋਈ ਹੈ ਜਾਂ 6 ਹੈਕਟਰ ਹੋਈ ਹੈ, ਤਾਂ ਜਿਹੜੇ ਨੈਕਸਟ 3 ਹੈਕਟਰ ਨੇ ਉਹਦੇ ਤੇ ਹੋਏਗਾ 9 ਟਾਈਮਸ ਆਫ ਦਾ ਫੇਅਰ ਰੈਂਟ, ਯਾਨੀ ਕਿ 9 ਗੁਣਾ ਫੇਅਰ ਰੈਂਟ ਦਾ 9 ਗੁਣਾ, ਜਾਂ ਮੈਕਸਿਮਮ 3750 ਰੁਪਏ ਪਰ ਹੈਕਟਰ ਜਿਹੜਾ ਹੈਗਾ ਅਮਾਉਂਟ ਹੈਗੀ ਹੈ ਉਸ ਵਿਅਕਤੀ ਨੂੰ ਪੇ ਕੀਤੀ ਜਾਵੇਗੀ ਅਲੋਟੀਜ਼ ਤੋਂ ਲੈ ਕੇ। ਜੇ ਉਸ ਤੋਂ ਵੱਧ ਕੋਈ ਰਕਬਾ ਹੋਰ ਵੀ ਹੈਗਾ, 6 ਹੈਕਟਰ ਹੋ ਗਿਆ, ਜੇ ਉਸ ਤੋਂ ਜ਼ਿਆਦਾ ਕੋਈ ਰਕਬਾ ਹੈਗਾ ਤਾਂ ਉਹਦਾ ਕੀ ਹੋਏਗਾ, ਉਹ ਵਾਧੂ ਰਕਬੇ ਦੇ ਉੱਪਰ ਕਿੰਨਾ ਖਰਚਾ ਪਏਗਾ, ਕਿੰਨਾ ਮੁਆਵਜ਼ਾ ਦੇਣਾ ਪਏਗਾ ਲੈਂਡ ਓਨਰ ਨੂੰ ਜਾਂ ਟੈਨੈਂਟ ਨੂੰ ਜਿੱਥੋਂ ਜ਼ਮੀਨ ਲਈ ਗਈ ਹੈ, ਤਾਂ ਉਹਦਾ ਹੈਗਾ 6 ਟਾਈਮਸ ਆਫ ਦਾ ਫੇਅਰ ਰੈਂਟ ਜਾਂ ਮੈਕਸਿਮਮ 2500 ਰੁਪਏ ਪਰ ਹੈਕਟਰ ਜਿਹੜਾ ਹੈਗਾ ਉਹ ਮੁਆਵਜ਼ਾ ਦਿੱਤਾ ਜਾਵੇਗਾ। ਤੇ ਫੇਅਰ ਰੈਂਟ ਕੀ ਹੁੰਦਾ ਹੈ? ਫੇਅਰ ਰੈਂਟ ਹੁੰਦਾ ਹੈ, ਇੱਥੇ ਇੱਕ ਡੈਫੀਨੇਸ਼ਨ ਕਈ ਵਾਰੀ ਆ ਜਾਂਦੀ ਹੈ ਤੁਹਾਨੂੰ ਵੀ ਫੇਅਰ ਰੈਂਟ ਦੀ ਡੈਫੀਨੇਸ਼ਨ ਦਿਓ। ਫੇਅਰ ਰੈਂਟ ਹੁੰਦਾ ਹੈ 1/5 ਆਫ ਦਾ ਟੋਟਲ ਪ੍ਰੋਡਿਊਸ, ਜਿੰਨੇ ਦੀ ਕਿਸੇ ਖੇਤ ਦੇ ਵਿੱਚੋਂ ਕਿਸੇ ਹੈਕਟਰ ਦੇ ਵਿੱਚੋਂ ਜਿੰਨੀ ਪੈਦਾਵਾਰ ਹੋਈ ਹੈ ਉਹਦੀ ਟੋਟਲ ਅਮਾਉਂਟ ਦਾ 5ਵਾਂ ਹਿੱਸਾ ਹੈਗਾ, ਉਹਨੂੰ ਅਸੀਂ ਫੇਅਰ ਰੈਂਟ ਕਹਿੰਦੇ ਆ। ਇੱਥੇ ਇਹ ਹੈਗਾ ਸੈਕਸ਼ਨ 10 ਸੀਗਾ ਜੀ, ਅਸੀਂ ਛੱਡਿਆ ਸੀਗਾ ਅਸੀਂ ਅੱਗੇ ਸ਼ੁਰੂ ਕਰਨ ਲੱਗੇ ਸੀਗੇ ਸੈਕਸ਼ਨ 11 ਤੇ। ਸੈਕਸ਼ਨ 11 ਡਿਸਪੋਜ਼ਲ ਆਫ ਸਰਪਲਸ ਏਰੀਆ। ਸਰਪਲਸ ਏਰੀਆ ਡਿਕਲੇਅਰ ਹੋ ਗਿਆ, ਠੀਕ ਹੈ, ਅੱਗੇ ਫਰਦਰ ਇਸ ਨੂੰ ਡਿਸਪੋਜ਼ ਆਫ ਕਿਵੇਂ ਕਰਨਾ ਹੈ ਗਵਰਨਮੈਂਟ ਨੇ, ਉਹਦੀ ਡਿਸਪੋਜ਼ਲ ਕਿਵੇਂ ਕਰਨੀ ਹੈ, ਕਿਹਨਾਂ ਲੋਕਾਂ ਨੂੰ। ਮੇਨ ਦੇਖੋ ਮਕਸਦ ਕੀ ਸੀਗਾ, ਇਹ ਐਕਟ ਬਣਾਉਣ ਦਾ ਮਕਸਦ ਕੀ ਸੀਗਾ ਵੀ ਵੱਡੇ ਲੈਂਡ ਓਨਰ ਜਿਹੜੇ ਜ਼ਮੀਨ ਆਪ ਨਹੀਂ ਖੇਤੀ ਕਰਦੇ, ਖੇਤੀ ਦੂਜੇ ਕਰਦੇ, ਟੈਨੈਂਟਸ ਖੇਤੀ ਕਰਦੇ ਨੇ। ਮੇਨ ਮਕਸਦ ਇਹ ਸੀਗਾ ਵੀ ਡਾਈਵਰਸਿਫਿਕੇਸ਼ਨ ਕੀਤੀ ਜਾਵੇ, ਲੋਕਾਂ 'ਚ ਜ਼ਮੀਨ ਵੰਡ ਦਿੱਤੀ ਜਾਵੇ, ਜਿਹੜੇ ਵਾਹੁੰਦੇ ਨੇ ਉਹਨਾਂ ਨੂੰ ਵੀ ਓਨਰਸ਼ਿਪ ਰਾਈਟਸ ਦਿੱਤੇ ਜਾਣ। ਇਸੇ ਕਰਕੇ ਇਸੀ ਪਾਲਿਸੀ ਦੇ ਅਧੀਨ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਇਹ ਫਰਦਰ ਯੂਟੀਲਾਈਜੇਸ਼ਨ ਪੰਜਾਬ ਯੂਟੀਲਾਈਜੇਸ਼ਨ ਆਫ ਸਰਪਲਸ ਏਰੀਆ ਸਕੀਮ 1973 ਬਣਾਈ ਗਈ। ਪੰਜਾਬ ਯੂਟੀਲਾਈਜੇਸ਼ਨ ਆਫ ਸਰਪਲਸ ਏਰੀਆ ਸਕੀਮ 1973 ਬਣਾਈ ਗਈ। ਹੋਰ ਸਮੇਂ-ਸਮੇਂ ਤੇ ਸਕੀਮਾਂ ਬਣਦੀਆਂ ਰਹੀਆਂ ਵੀ ਕਿਵੇਂ ਇਹ ਜਿਹੜਾ ਰਕਬਾ ਹੈਗਾ ਲੋਕਾਂ ਦੇ ਵਿੱਚ ਜਿਹੜਾ ਹੈਗਾ ਡਿਸਟ੍ਰੀਬਿਊਟ ਕੀਤਾ ਜਾਣਾ ਹੈ। ਉਹਦੇ ਸੰਬੰਧ ਵਿੱਚ ਸੈਕਸ਼ਨ 11 ਹੈਗਾ ਡਿਸਪੋਜ਼ਲ ਆਫ ਸਰਪਲਸ ਏਰੀਆ। The surplus area which vested in the state government under section 8 section 8 ਦੇ ਤਹਿਤ ਅਸੀਂ ਡਿਕਲੇਅਰ ਕੀਤਾ ਸੀਗਾ ਵੀ ਆਹ ਸਰਪਲਸ ਏਰੀਆ ਹੈਗਾ, ਵੈਸਟਿੰਗ ਆਫ ਯੂਟੀਲਾਈਜ਼, ਠੀਕ ਹੈ ਜੀ। ਇਹਨੂੰ ਅੱਗੇ ਫਰਦਰ shall be at the disposal of the state government, ਗਵਰਨਮੈਂਟ ਦੇ ਡਿਸਪੋਜ਼ਲ ਤੇ ਹੋਏਗਾ। ਗਵਰਨਮੈਂਟ ਨੇ ਕਿਵੇਂ ਡਿਸਪੋਜ਼ ਆਫ ਕਰਨਾ ਹੈ ਇਹ ਸਟੇਟ ਗਵਰਨਮੈਂਟ ਨੇ ਦੇਖਣਾ ਹੈ। ਅੱਗੇ ਫਰਦਰ ਕੀ ਦਿੱਤਾ ਗਿਆ ਸਬਸੈਕਸ਼ਨ 2 the state government may by notification in the official gazette ਫਰੇਮ ਸਕੀਮ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਪੰਜਾਬ ਯੂਟੀਲਾਈਜੇਸ਼ਨ ਆਫ ਸਰਪਲਸ ਏਰੀਆ ਸਕੀਮ 1973 ਸਕੀਮ ਫਰੇਮ ਕੀਤੀ ਜਾਏਗੀ ਗਵਰਨਮੈਂਟ ਵੱਲੋਂ ਅੰਡਰ ਦਾ ਪੰਜਾਬ ਲਾਅ ਦਾ ਪੈਪਸੂ ਲਾਅ ਐਂਡ ਦਾ ਦਿਸ ਐਕਟ। ਇਹਨਾਂ ਐਕਟਾਂ ਦੇ ਤਹਿਤ ਇੱਕ ਸਕੀਮ ਬਣਾਈ ਜਾਏਗੀ ਸਰਕਾਰ ਵੱਲੋਂ ਵੀ ਅਸੀਂ ਇਸ ਏਰੀਆ ਨੂੰ ਕਿਵੇਂ ਡਿਸਪੋਜ਼ ਆਫ ਕਰਨਾ ਹੈ। ਸਬਸੈਕਸ਼ਨ 2 ਦਾ ਕਲੌਜ਼ A ਕਨਫਰਮੈਂਟ ਟੂ ਦਾ ਰਾਈਟਸ ਆਫ ਦਾ ਓਨਰਸ਼ਿਪ ਔਨ ਦਾ ਟੈਨੈਂਟਸ, ਜਿਹੜੇ ਟੈਨੈਂਟਸ ਨੇ in respect of such land as is comprised in the surplus area of the land owner of such tenant। ਜਿਹੜਾ ਮਾਲਕ ਸੀਗਾ ਜਿਹਦੀ ਜ਼ਮੀਨ ਸਰਪਲਸ ਡਿਕਲੇਅਰ ਕੀਤੀ ਗਈ ਹੈ ਉਹਦੇ ਕੁਝ ਟੈਨੈਂਟ ਵੀ ਹੋ ਸਕਦੇ ਨੇ, ਠੀਕ ਹੈ ਜੀ। ਕਨਫਰਮੈਂਟ ਟੂ ਦਾ ਰਾਈਟਸ ਆਫ ਦਾ ਓਨਰਸ਼ਿਪ ਕਲੌਜ਼ A ਸਬਸੈਕਸ਼ਨ 2 ਦੀ A ਕਲੌਜ਼ ਪੜ੍ਹ ਰਹੇ ਹਾਂ ਜੀ, ਕੀ ਹੈਗਾ ਵੀ ਕਨਫਰਮੈਂਟ ਆਫ ਦਾ ਰਾਈਟਸ ਆਫ ਓਨਰਸ਼ਿਪ ਔਨ ਦਾ ਟੈਨੈਂਟਸ, ਜਿਹੜੇ ਟੈਨੈਂਟ ਸੀਗੇ ਉਹਨਾਂ ਨੂੰ ਮਾਲਕੀ ਦੇ ਹੱਕ ਦੇਣਾ। ਜਿਸ ਵਿਅਕਤੀ ਦਾ ਜਿਸ ਲੈਂਡ ਓਨਰ ਦਾ ਜਿਹੜਾ ਰਕਬਾ ਸਰਪਲਸ ਡਿਕਲੇਅਰ ਕੀਤਾ ਗਿਆ ਸੀਗਾ ਉਹਦੇ ਅਧੀਨ ਜਿਹੜੇ ਵੀ ਟੈਨੈਂਟ ਸੀਗੇ ਉਹਨਾਂ ਟੈਨੈਂਟਸ ਨੂੰ ਸਭ ਤੋਂ ਪਹਿਲਾਂ ਦੇਖਿਆ ਜਾਏਗਾ ਵੀ ਉਹਦੇ ਟੈਨੈਂਟਸ ਨੂੰ ਹੀ ਉੱਥੇ ਸੈਟਲ ਕਰ ਦੇਣਾ, ਉਹਨਾਂ ਟੈਨੈਂਟਸ ਨੂੰ ਓਨਰਸ਼ਿਪ ਦੇ ਜਿਹੜੇ ਰਾਈਟਸ ਨੇ ਉਹ ਦਿੱਤੇ ਜਾਣਾ। ਕਨਫਰਮੈਂਟ ਟੂ ਦਾ ਰਾਈਟਸ ਆਫ ਦਾ ਓਨਰਸ਼ਿਪ ਔਨ ਦਾ ਟੈਨੈਂਟਸ ਇਨ ਰਿਸਪੈਕਟ ਆਫ ਸੱਚ land as is comprised in the surplus area of the landowner of such a tenant। then ਕੀ ਹੈ ਜੀ clause B allotment to the tenants, ਟੈਨੈਂਟਸ ਨੂੰ ਅਲਾਟ ਕਰ ਦੇਣਾ, ਹੋਰ ਟੈਨੈਂਟ ਵੀ ਹੋ ਸਕਦੇ ਨੇ ਉਸ ਤੋਂ ਇਲਾਵਾ ਕਿਉਂਕਿ ਜ਼ਮੀਨ ਜ਼ਿਆਦਾ ਹੋਵੇ ਜੇ। ਦੈਨ ਕੀ ਹੈ ਅਲਾਟਮੈਂਟ ਟੂ ਦਾ ਟੈਨੈਂਟਸ ਮੈਂਬਰ ਆਫ ਦਾ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਐਂਡ ਲੈਂਡਲੈਸ ਐਗਰੀਕਲਚਰ ਵਰਕਰਸ। ਦੇਖੋ 4 ਤਰ੍ਹਾਂ ਦੀਆਂ ਕਲਾਸ ਆ ਗਈਆਂ ਇੱਥੇ, ਇੱਕ ਤਾਂ ਟੈਨੈਂਟਸ ਆ ਗਏ, ਦੂਸਰਾ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਐਂਡ ਲੈਂਡਲੈਸ ਐਗਰੀਕਲਚਰ ਵਰਕਰਸ, ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਲੋਕ ਹੋਣ,
ठीक है जी, एससी होवे चाहे बीसी होवे चाहे लैंडलैस होवे, ਉਹਦੇ ਕੋਲ ਕੋਈ ਜ਼ਮੀਨ ਨਾ ਹੋਵੇ ਪਰ ਐਗਰੀਕਲਚਰ ਨਾਲ ਸੰਬੰਧ ਰੱਖਦਾ ਹੋਵੇ, ਖੇਤੀਬਾੜੀ ਦਾ ਕੰਮ ਕਰਦਾ ਹੋਵੇ, of an area not exceeding 2 hectares of the first quality, ਉਹਨੂੰ ਮੈਕਸਿਮਮ ਕਿੰਨਾ ਏਰੀਆ ਦਿੱਤਾ ਜਾ ਸਕਦਾ ਹੈ 2 ਹੈਕਟਰ ਫਸਟ ਕੁਆਲਿਟੀ ਦਾ। ਅੱਗੇ ਕੁਆਲਿਟੀ ਦੇ ਅਕੋਰਡਿੰਗ ਉਹ ਏਰੀਆ ਵੱਧ ਵੀ ਸਕਦਾ, 4 ਹੈਕਟਰ ਵੀ ਹੋ ਸਕਦਾ, 5 ਵੀ ਹੋ ਸਕਦਾ, ਪਰ ਫਸਟ ਕੁਆਲਿਟੀ ਜੇ ਲੈਂਡ ਹੈਗੀ ਹੈ then not exceeding 2 hectares and or equivalent area provided that the total area held or owned, ਜੇ ਉਹਦੇ ਬੰਦੇ ਕੋਲੇ ਕੋਈ ਪਹਿਲਾਂ ਤੋਂ ਏਰੀਆ ਕੋਈ ਹੈਗਾ ਤਾਂ ਉਹ ਵੀ ਵਿੱਚ ਇਨਕਲੂਡ ਕਰਕੇ 2 ਹੈਕਟਰ ਤੋਂ ਰਕਬਾ ਵਧਣਾ ਨਹੀਂ ਚਾਹੀਦਾ। ਠੀਕ ਹੈ ਜੀ, ਫਸਟ ਕੁਆਲਿਟੀ ਲੈਂਡ। ਦੈਨ ਹੈਗਾ ਐਨੀ ਸਕੀਮ, subsection 3, any scheme changed by the state government under subsection 2 may provide for the terms and conditions, ਜਿਹੜੀ ਵੀ ਕੋਈ ਸਕੀਮ ਸਰਕਾਰ ਵੱਲੋਂ ਤੈਅ ਕੀਤੀ ਜਾਏਗੀ ਉਸ ਸਕੀਮ ਦੇ ਵਿੱਚ ਟਰਮਸ ਐਂਡ ਕੰਡੀਸ਼ਨਸ ਰੱਖੀਆਂ ਜਾਣਗੀਆਂ। ਟਰਮਸ ਐਂਡ ਕੰਡੀਸ਼ਨ ਕਿਵੇਂ, ਵੀ ਕਿੰਨੇ ਪੇਮੈਂਟ ਲੈਣੀ ਹੈ, ਕਿੰਨੇ ਸਮੇਂ 'ਚ ਕਿਸ਼ਤਾਂ ਭਰੀਆਂ ਜਾਣਗੀਆਂ, ਜੇ ਕੋਈ ਵਿਅਕਤੀ ਕਿੰਨੇ ਸਮੇਂ ਤੱਕ ਇਹ ਪ੍ਰਾਪਰਟੀ ਨੂੰ ਅੱਗੇ ਫਰਦਰ ਸੇਲ ਨਹੀਂ ਕਰ ਪਾਏਗਾ। ਠੀਕ ਹੈ ਜੀ, ਜੇ ਵੀ ਕੋਈ ਇਦਾਂ ਦੀ ਸਰਕਾਰ ਵੱਲੋਂ ਕੋਈ ਪਾਲਿਸੀ ਬਣਾਈ ਜਾਂਦੀ ਹੈ ਉਹਦੇ 'ਚ ਟਰਮਸ ਐਂਡ ਕੰਡੀਸ਼ਨਸ ਤੈਅ ਹੁੰਦੀਆਂ ਨੇ ਸਰਕਾਰ ਦੇ ਵੱਲੋਂ ਉਸ ਵਿਅਕਤੀ ਦੇ ਨਾਮ ਤੇ, ਜਿਸ ਵਿਅਕਤੀ ਨੂੰ ਜ਼ਮੀਨ ਅਲਾਟ ਕੀਤੀ ਜਾਂਦੀ ਹੈ ਉਹਦੇ ਤੇ ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਨੇ, ਉਹ ਸ਼ਰਤਾਂ ਦਾ ਪਾਲਣ ਉਸ ਵਿਅਕਤੀ ਵੱਲੋਂ ਕੀਤਾ ਜਾਣਾ ਬਣਦਾ, ਸਰਕਾਰ ਵੱਲੋਂ ਵੀ ਕੀਤਾ ਜਾਣਾ ਬਣਦਾ ਹੈ। Terms and conditions of on which the rights of ownership are to be conferred on the tenants, and so also the terms and conditions on which the land comprised in the surplus area is to be allotted, ਜਿਹੜੇ ਵੀ ਵਿਅਕਤੀ ਨੂੰ ਕੋਈ ਜ਼ਮੀਨ ਅਲਾਟ ਕੀਤੀ ਜਾਂਦੀ ਹੈ ਉਹਦੇ ਤੇ ਕੁਝ ਸ਼ਰਤਾਂ ਸਰਕਾਰ ਵੱਲੋਂ ਆਪਣੀ ਸਕੀਮ ਦੇ ਵਿੱਚ ਜੋ ਸਕੀਮ 'ਚ ਬਣਾਈਆਂ ਗਈਆਂ ਨੇ ਉਹ ਸ਼ਰਤਾਂ ਲਗਾਈਆਂ ਜਾਂਦੀਆਂ ਨੇ। ਦੈਨ subsection 4, the state government may by notification add to amend the very revoke the scheme, ਜਿਹੜੀ ਸਕੀਮ ਸਰਕਾਰ ਨੇ ਬਣਾਈ ਗਈ ਹੈ, ਸਰਕਾਰ ਨੂੰ ਸਮੇਂ-ਸਮੇਂ ਤੇ ਲੱਗਦਾ ਕਿ ਇਸ ਸਕੀਮ ਦੇ ਵਿੱਚ ਕੋਈ ਚੇਂਜ ਦੀ ਜ਼ਰੂਰਤ ਹੈ ਤਾਂ ਸਰਕਾਰ ਉਸ ਸਕੀਮ ਨੂੰ ਚੇਂਜ ਵੀ ਕਰ ਸਕਦੀ ਹੈ, ਰਿਵੋਕ ਵੀ ਕਰ ਸਕਦੀ ਹੈ, ਵਾਪਸ ਵੀ ਲੈ ਸਕਦੀ ਹੈ। ਇਸ ਸੈਕਸ਼ਨ ਦੇ ਤਹਿਤ ਜਿਹੜੀ ਗਵਰਨਮੈਂਟ ਨੇ ਕੋਈ ਸਕੀਮ ਬਣਾਈ ਉਸ ਸਕੀਮ 'ਚ ਕੋਈ ਤਬਦੀਲੀ ਸਰਕਾਰ ਨੂੰ ਲੋੜ ਲੱਗਦੀ ਹੈ ਵੀ ਇਸ 'ਚ ਕੋਈ ਅਮੈਂਡਮੈਂਟ ਕਰਨ ਦੀ ਜ਼ਰੂਰਤ ਹੈ, ਅਮੈਂਡ ਵੀ ਕੀਤੀ ਜਾ ਸਕਦੀ ਹੈ ਤੇ ਰਿਵੋਕ ਵੀ ਕੀਤੀ ਜਾਂਦੀ ਹੈ, ਇਨਕੇ ਵਾਪਸ ਵੀ ਲਈ ਜਾ ਸਕਦੀ ਹੈ ਸਕੀਮ। फिर सबसेक्शन 5, notwithstanding anything contained in any other law, land acquired by the state government under any law for the time being in force, ਜੇ ਗਵਰਨਮੈਂਟ ਨੇ ਕਿਸੇ ਹੋਰ ਪਰਪਸ ਦੇ ਲਈ ਕੋਈ ਲੈਂਡ ਅਕਵਾਇਰ ਕੀਤੀ ਹੈ, ਕਿਸੇ ਹੋਰ ਮਕਸਦ ਲਈ ਕੋਈ ਪ੍ਰੋਜੈਕਟ ਬਣਾਉਣ ਦੇ ਲਈ ਸਰਕਾਰ ਨੇ ਕੋਈ ਜ਼ਮੀਨ ਅਕਵਾਇਰ ਕੀਤੀ ਹੈ, ਠੀਕ ਹੈ, ਕੋਈ ਡਿਵੈਲਪਮੈਂਟ ਦੇ ਮਕਸਦ ਲਈ ਗਵਰਨਮੈਂਟ ਨੇ ਕੋਈ ਜ਼ਮੀਨ ਲਈ ਹੈ ਤਾਂ ਉਹਦੇ ਤੇ ਇਹ ਕਹਿੰਦੇ ਇਹ ਜਿਹੜੀਆਂ ਸ਼ਰਤਾਂ ਹੈਗੀਆਂ ਨੇ ਇਹ ਲਾਗੂ ਨਹੀਂ ਹੁੰਦੀਆਂ, ਉਹਦੇ ਤੇ ਇਹ ਐਕਟ ਲਾਗੂ ਨਹੀਂ ਹੁੰਦਾ। Then ਅੱਗੇ ਆ ਗਿਆ ਜੀ section 6, the utilization of any surplus area before the commencement of this act will not affect the right of the tenant to purchase, ਇਹ ਕਹਿੰਦਾ ਵੀ ਜੇ ਰਾਈਟਸ ਦਿੱਤੇ ਗਏ ਸੀ ਟੈਨੈਂਟਸ ਨੂੰ ਪ੍ਰੋਪਰਟੀ ਪਰਚੇਜ਼ ਕਰਨ ਦੇ, ਵੀ ਟੈਨੈਂਟ ਨੂੰ ਜਿਵੇਂ ਕਿ ਆਪਾਂ ਪਹਿਲਾਂ ਹੈਗਾ ਸੀਗਾ ਹੱਕ ਸੂਬੇ ਦੀ ਗੱਲ ਕਰਦੇ ਸੀਗੇ, ਹੱਕ ਸੂਬੇ ਦੇ ਵਿੱਚ ਜਿਹੜੇ ਟੈਨੈਂਟਸ ਨੂੰ ਪਿਛਲੇ ਐਕਟ ਪੈਪਸੂ ਐਕਟ ਦੇ ਵਿੱਚ ਵੀ ਪੰਜਾਬ ਐਕਟ ਦੇ ਵਿੱਚ ਵੀ ਟੈਨੈਂਟਸ ਨੂੰ ਕੁਝ ਰਾਈਟਸ ਦਿੱਤੇ ਗਏ ਸੀ ਵੀ ਉਹ ਜਿਹੜਾ ਲੈਂਡ ਓਨਰ ਹੈਗਾ, ਜੇ ਲੈਂਡ ਓਨਰ ਆਪਣੀ ਜ਼ਮੀਨ ਸੇਲ ਕਰਨੀ ਚਾਹੁੰਦਾ ਤਾਂ ਜਿਹੜਾ ਟੈਨੈਂਟ ਹੈਗਾ ਉਹਨੂੰ ਅਧਿਕਾਰ ਹੈ ਵੀ ਉਹ ਪ੍ਰੋਪਰਟੀ ਪਰਚੇਜ਼ ਕਰ ਸਕਦਾ ਹੈ। ਇਹਦੇ ਵਿੱਚ ਵੀ ਕੀ ਕਿਹਾ ਹੈਗਾ, the utilization of any surplus area before the commencement of this act, ਇਸ ਐਕਟ ਦੇ ਕਮੈਂਸਮੈਂਟ ਹੋਣ ਤੋਂ ਪਹਿਲਾਂ will not affect the right of the tenant to purchase land in accordance with the provisions section 15 of the right of the landowner to receive rent from the tenant settled on the surplus area till the tenant becomes the owner, ਜੋ ਤੱਕ ਮਾਲਕੀ ਉਹਦੀ ਨਹੀਂ ਬਣ ਜਾਂਦੀ ਉਦੋਂ ਤੱਕ ਜਿਹੜਾ ਮਾਲਕ ਨੂੰ ਕਿਹਾ ਹੈਗਾ ਵੀ ਉਹ ਹੱਕ ਹੈ ਵੀ ਉਹ ਤੋਂ ਕਿਰਾਇਆ ਵੀ ਲੈ ਸਕਦਾ ਹੈ, ਪਰ ਜੇ ਮਾਲਕ ਜਦੋਂ ਉਹ ਪਰਚੇਜ਼ ਕਰ ਲੈਂਦਾ ਤਾਂ ਪਰਚੇਜ਼ ਕਰਨ ਤੋਂ ਵੀ ਮਾਲਕ ਨੂੰ ਰੋਕਿਆ ਨਹੀਂ ਜਾਂਦਾ। ਇਸ purchase the land in accordance with the provisions of section 15 or the right of the landowner, ਮਤਲਬ ਟੈਨੈਂਟ ਨੂੰ ਵੀ ਕਿਹਾ ਵੀ ਤੁਸੀਂ ਪਰਚੇਜ਼ ਕਰ ਸਕਦੇ ਹੋ, ਜਿਹੜਾ ਮਾਲਕ ਹੈਗਾ ਉਸ ਨੂੰ ਇਹ ਕਿਹਾ ਗਿਆ ਹੈਗਾ ਵੀ ਤੁਸੀਂ ਕਿਰਾਇਆ ਲੈ ਸਕਦੇ ਹੋ ਇਹਦੇ ਤੋਂ। ਬਿਫੋਰ ਦਾ ਕਮੈਂਸਮੈਂਟ ਆਫ ਦਿਸ ਐਕਟ, ਇਸ ਐਕਟ ਦੇ ਕਮੈਂਸਮੈਂਟ ਹੋਣ ਤੋਂ ਪਹਿਲਾਂ, ਮਤਲਬ 24/1971 ਤੋਂ ਬਾਅਦ ਦੀ ਗੱਲ ਕਰਦਾ ਹੈ। ਦੇਖੋ ਥੋੜਾ ਟੈਕਨੀਕਲ ਪੁਆਇੰਟ ਹੈਗਾ ਇੱਥੇ, ਇਹ ਜਿਹੜਾ ਐਕਟ ਹੈ ਇਹ ਕਮੈਂਸਮੈਂਟ ਹੋਇਆ ਜੀ 2/4/1973 ਨੂੰ, ਠੀਕ ਹੈ, ਬਾਕੀ ਸ਼ਰਤਾਂ ਜਿਹੜੀਆਂ ਲਾਗੂ ਹੋਈਆਂ ਨੇ ਇਹਦੀ ਇਨਫੋਰਸਮੈਂਟ ਹੋਈ ਹੈ 24/1971 ਨੂੰ।
24/371 ਤੋਂ ਬਾਅਦ ਜੇ ਕੋਈ ਲੈਂਡ ਸੇਲ ਪਰਚੇਜ ਕਰਦਾ ਹੈ ਜਾਂ ਕੋਈ ਟ੍ਰਾਂਸਫਰ ਕਰਦਾ ਹੈ, ਕੋਈ ਟੈਨੈਂਸੀ ਦਿੰਦਾ ਹੈ, that is void। ਦੈਨ ਪਰ ਇੱਥੇ ਅੱਗੇ ਇਹਨੇ ਇੱਕ ਰਿਲੈਕਸੇਸ਼ਨ ਦੇ ਦਿੱਤੀ ਓਨਰਸ ਨੂੰ ਤੇ ਟੈਨੈਂਟਸ ਨੂੰ ਵੀ 24/371 ਤੋਂ ਬਾਅਦ ਪਰ 2/4/1973 ਤੋਂ ਪਹਿਲਾਂ ਜੇ ਕੋਈ ਲੈਂਡ ਓਨਰ ਦੀ ਜਿਹੜੀ ਜ਼ਮੀਨ ਹੈ, ਟੈਨੈਂਟ ਜਿਹਦੇ ਕਬਜ਼ੇ 'ਚ ਉਹ ਜ਼ਮੀਨ ਹੈਗੀ ਹੈ, ਉਹ ਖਰੀਦਣੀ ਚਾਹੁੰਦਾ, ਲੈਂਡ ਓਨਰ ਵੇਚਣੀ ਚਾਹੁੰਦਾ, ਦੈਨ ਦੇ ਆਰ ਐਲੀਜੀਬਲ ਟੂ ਪਰਚੇਜ ਦਾ ਲੈਂਡ ਐਂਡ ਫॉर ਦਾ ਟਾਈਮ ਬਿੰਗ ਜਿਹੜਾ ਮਾਲਕ ਹੈਗਾ ਜਦੋਂ ਤੱਕ ਉਹਦੀ ਰਜਿਸਟਰੀ ਨਹੀਂ ਹੋ ਜਾਂਦੀ ਉਸ ਪੀਰੀਅਡ ਤੱਕ ਉਹ ਜਿਹੜਾ ਹੈਗਾ ਉਹ ਕਿਰਾਇਆ ਵੀ ਲੈ ਸਕਦਾ ਹੈ, ਰੈਂਟ ਵੀ ਲੈ ਸਕਦਾ ਹੈ। ਸੈਕਸ਼ਨ 7 ਸਬਸੈਕਸ਼ਨ 7 ਵੇਅਰ ਸਕਸੈਸ਼ਨ ਹੈਜ਼ ਓਪਨਡ, ਜੇ ਕੋਈ ਸਕਸੈਸ਼ਨ ਹੈ ਉਹ ਓਪਨ ਹੁੰਦਾ ਹੈ। ਓਪਨ ਦਾ ਮਤਲਬ ਕੀ ਹੁੰਦਾ ਹੈ ਵੀ ਕਿਸੇ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਉਹਦਾ ਸਕਸੈਸ਼ਨ ਓਪਨ ਹੋ ਜਾਂਦਾ ਹੈ। ਮੰਨ ਲਓ ਕਿਸੇ ਦੀ ਜਿਹੜੀ ਮੌਤ ਹੋਈ ਹੈ 24/371 ਤੋਂ ਬਾਅਦ ਹੋਈ ਹੈ, ਫਰਵਰੀ ਜਾਂ ਮਾਰਚ 'ਚ ਕਿਸੇ ਦੀ ਡੈਥ ਹੋਈ ਹੈ ਕਿਸੇ ਲੈਂਡ ਓਨਰ ਦੀ, ਠੀਕ ਹੈ, ਉਹਦਾ ਸਕਸੈਸ਼ਨ ਉਸ ਵੇਲੇ ਓਪਨ ਹੋਇਆ ਜਦੋਂ ਡੈਥ ਹੋਈ। ਡੈਥ ਤੋਂ ਬਾਅਦ ਹੀ ਕੋਈ ਸਕਸੈਸ਼ਨ ਕਿਸੇ ਦਾ ਓਪਨ ਹੁੰਦਾ ਹੈ, ਮਤਲਬ ਜਿਹਦੀ ਪ੍ਰਾਪਰਟੀ ਹੈ ਉਹਦੇ ਲੀਗਲ ਏਅਰਸ ਨੂੰ, ਉਹਦੇ ਵਾਰਸਾਂ ਨੂੰ ਮਤਲਬ ਕਿ ਡਿਵੋਲਵ ਹੋ ਜਾਂਦੀ ਹੈ, ਉਹਨੂੰ ਆਪਾਂ ਸਕਸੈਸ਼ਨ ਓਪਨ ਕਹਿੰਦੇ ਆ। ਜਦੋਂ ਵੀ ਕਿਸੇ ਦੀ ਵਿਰਾਸਤ ਹੋਣੀ ਤੈਅ ਹੋ ਜਾਂਦੀ, ਜਿਸ ਦਿਨ ਡੈਥ ਹੁੰਦੀ ਹੈ ਉਸ ਤੋਂ ਬਾਅਦ ਹੀ ਸਕਸੈਸ਼ਨ ਓਪਨ ਹੋ ਜਾਂਦਾ ਹੈ। ਵੇਅਰ ਸਕਸੈਸ਼ਨ ਹੈਜ਼ ਓਪਨਡ after the surplus area or any part thereof has been determined by the collector, ਜਦੋਂ surplus area of any part there has been determined by the collector, ਜਦੋਂ determine ਹੋ ਜਾਵੇ surplus area declare ਹੋ ਜਾਵੇ ਕਿਸੇ ਵਿਅਕਤੀ ਦਾ, ਦੇਖੋ ਦੁਬਾਰਾ ਪੜ੍ਹੋ ਧਿਆਨ ਨਾਲ, where succession has opened after the surplus area or any part thereof has been determined by the collector, the saving specified in favor of an heir by inheritance under subsection 1 shall not apply in respect of the area so determined। ਉਹ ਕਹਿੰਦਾ ਵੀ ਜਦੋਂ ਜੇ ਸਰਪਲਸ ਏਰੀਆ ਡਿਕਲੇਅਰ ਹੋ ਗਿਆ ਉਸ ਤੋਂ ਬਾਅਦ ਕਿਸੇ ਮਾਲਕ ਦੀ ਡੈਥ ਹੋ ਗਈ ਤਾਂ ਉਹਦੇ ਵਿੱਚ ਉਹ ਸੇਵਿੰਗ ਉਹਦੀ ਬੈਨੀਫਿਟ ਨਹੀਂ ਲਿਖੀ ਜਾ ਸਕਦੀ ਲੀਗਲ ਏਅਰਸ ਵੱਲੋਂ, ਜਿਵੇਂ ਕਿ ਉੱਪਰ ਇਹਨੇ ਦੱਸਿਆ ਹੈਗਾ ਸਬਸੈਕਸ਼ਨ 6 ਦੇ ਵਿੱਚ ਵੀ ਲੈਂਡ ਓਨਰ ਤੇ ਟੈਨੈਂਟ ਵੱਲੋਂ ਬੈਨੀਫਿਟ ਲਿਆ ਜਾ ਸਕਦਾ ਹੈ 24/371 ਤੋਂ ਬਾਅਦ ਸਰਪਲਸ ਡਿਕਲੇਅਰ ਹੋਣ ਤੋਂ ਪਹਿਲਾਂ, ਨੋਟੀਫਿਕੇਸ਼ਨ ਤੋਂ ਪਹਿਲਾਂ। ਪਰ ਇਹਦੇ ਵਿੱਚ ਕਿਹਾ ਗਿਆ ਸੈਕਸ਼ਨ 7 ਦੇ ਵਿੱਚ ਵੀ ਜੇ ਕੋਈ ਵਿਅਕਤੀ ਕਿਸੇ ਦੀ ਜਿਹੜੀ ਲੈਂਡ ਹੈਗੀ ਹੈ ਉਹ ਸਰਪਲਸ ਡਿਕਲੇਅਰ ਹੋ ਕਰ ਦਿੱਤੀ ਕਲੈਕਟਰ ਵੱਲੋਂ, ਠੀਕ ਹੈ, ਉਸ ਤੋਂ ਬਾਅਦ ਬੰਦੇ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਮਤਲਬ ਜਿਹੜੀ ਪ੍ਰਾਪਰਟੀ ਹੈ ਉਹ ਡਿਵੈਲਪ ਹੋ ਕੇ ਉਹਦੇ ਵਾਰਸਾਂ ਨੂੰ ਜਾਂਦੀ ਹੈ ਤਾਂ ਉਹਦੇ ਫਰਦਰ ਕੋਈ ਉਹਦਾ ਬੈਨੀਫਿਟ ਨਹੀਂ ਲਿਆ ਜਾ ਸਕਦਾ ਫੈਮਿਲੀ ਦੇ ਵਿੱਚੋਂ। ਅੱਗੇ ਆ ਗਿਆ ਸੀ ਸੈਕਸ਼ਨ 12 ਬਾਰ ਔਨ ਫਿਊਚਰ ਐਕੁਜੀਸ਼ਨ ਆਫ ਲੈਂਡ ਇਨ ਐਕਸੈਸ ਆਫ ਪਰਮਿਸਿਬਲ ਏਰੀਆ। ਦੇਖੋ ਰੋਕਿਆ ਗਿਆ, ਕੀ ਕੀਤਾ ਗਿਆ, ਬਾਰ ਔਨ ਫਿਊਚਰ ਐਕੁਜੀਸ਼ਨ ਆਫ ਲੈਂਡ ਇਨ ਐਕਸੈਸ ਆਫ ਪਰਮਿਸਿਬਲ ਏਰੀਆ, ਮਤਲਬ ਪਰਮਿਸਿਬਲ ਏਰੀਆ ਤੋਂ ਵੱਧ ਰਕਬਾ ਨਹੀਂ ਲਿਆ ਜਾ ਸਕਦਾ। ਕਿ ਕੀ ਕਿਹਾ ਹੈ ਸੈਕਸ਼ਨ 1 ਦੇ ਵਿੱਚ, ਕੀ ਕਿਹਾ ਹੈ ਸਬਸੈਕਸ਼ਨ 1 notwithstanding anything to the contrary any law custom uses no person whether as landowner or tenant shall acquire or possess, ਨਾ ਹੀ ਲੈ ਸਕਦਾ ਹੈ ਨਾ ਹੀ ਕਬਜ਼ਾ ਰੱਖ ਸਕਦਾ ਹੈ by the transfer exchange lease, ਕਿਸੇ ਵੀ ਢੰਗ ਦੇ ਰਾਹੀਂ, ਨਾ ਟ੍ਰਾਂਸਫਰ ਰਾਹੀਂ, ਨਾ ਐਕਸਚੇਂਜ ਰਾਹੀਂ, ਨਾ ਲੀਜ਼ ਰਾਹੀਂ, ਐਗਰੀਮੈਂਟ ਰਾਹੀਂ, ਕਿਸੇ ਰਾਹੀਂ, settlement any land which with or without the land already owned or held by him in aggregate exceeds the permissible area। ਮਤਲਬ ਆਪਾਂ ਗੱਲ ਕਰਦੇ ਆ ਵੀ ਬਾਅਦ ਇੱਕ ਵਾਰੀ ਗੱਲ ਫਾਈਨਲ ਹੋ ਗਈ, ਏਰੀਆ ਸਰਪਲਸ ਡਿਕਲੇਅਰ ਹੋ ਗਿਆ, permissible ਏਰੀਆ ਬਣ ਗਿਆ, ਉਹਦੀ ਲੈਂਡ ਜਿਹੜੀ ਹੈਗੀ ਸਰਪਲਸ ਵੀ ਨਿਕਲ ਗਈ, ਉਸ ਤੋਂ ਬਾਅਦ ਕੋਈ ਬੰਦਾ ਖਰੀਦਣੀ ਚਾਹੇ ਜ਼ਮੀਨ ਕਿਸੇ ਵੀ ਢੰਗ ਦੇ ਰਾਹੀਂ ਉਹ ਨਹੀਂ ਲਈ ਜਾ ਸਕਦੀ, ਸਰਪਲਸ ਏਰੀਆ ਤੋਂ ਵੱਧ, permissible ਏਰੀਆ ਤੋਂ ਵੱਧ ਨਹੀਂ ਲਈ ਜਾ ਸਕਦੀ ਕਿਸੇ ਵੀ ਢੰਗ ਦੇ ਰਾਹੀਂ। Then provided that nothing in this section shall apply to land held by a cooperative society if the land owned or held by an individual member of the society together with his share in the land held by such a society does not exceed the permissible area। ਇੱਥੇ ਵੀ ਕਿਹਾ ਗਿਆ ਵੀ ਜੇ ਕੋਈ ਕੋਆਪਰੇਟਿਵ ਸੁਸਾਇਟੀ ਜ਼ਮੀਨ ਲੈਣਾ ਚਾਹੁੰਦੀ ਹੈ ਪਰ ਉਹਦੇ ਤੇ ਵੀ ਇਹ ਸ਼ਰਤ ਲਾਗੂ ਹੋ ਜਾਂਦੀ ਹੈ ਵੀ ਪਰਮਿਸਿਬਲ ਏਰੀਆ ਤੋਂ ਵੱਧ ਨਹੀਂ ਰੱਖ ਸਕਦੀ। ਇੱਥੇ ਜਿਹੜੀ ਸੁਸਾਇਟੀ ਹੈ ਉਹਨੂੰ ਐਜ਼ ਏ ਪਰਸਨ ਪ੍ਰਜ਼ਿਊਮ ਕੀਤਾ ਗਿਆ, ਕੋਈ ਵੀ ਸੁਸਾਇਟੀ ਐਜ਼ ਏ ਪਰਸਨ ਪ੍ਰਜ਼ਿਊਮ ਕਰਦੇ ਹੋਏ ਲੈਂਡ ਤਾਂ ਲੈ ਸਕਦੀ ਹੈ ਪਰ ਉਹ ਆਪਣੇ ਪਰਮਿਸਿਬਲ ਏਰੀਆ ਤੋਂ ਵੱਧ ਨਹੀਂ ਲੈ ਸਕਦੀ। ਦੈਨ ਸਬਸੈਕਸ਼ਨ 2 ਐਨੀ ਟ੍ਰਾਂਸਫਰ ਐਕਸਚੇਂਜ ਲੀਜ਼ ਐਗਰੀਮੈਂਟ ਔਰ ਸੈਟਲਮੈਂਟ। ਸੈਕਸ਼ਨ 12 ਦਾ 2 ਸਬਸੈਕਸ਼ਨ 2 ਐਨੀ ਟ੍ਰਾਂਸਫਰ
एक्सचेंज, लीज, कोई तबादला, कोई लीज एग्रीमेंट और सेटलमेंट मेड इन कंट्रावेंशन ऑफ द प्रोविजंस ऑफ सबसेक्शन 1 शैल बी नल एंड वॉइड। देखो सबसेक्शन 12 ਸੈਕਸ਼ਨ 12 ਦਾ ਸਬਸੈਕਸ਼ਨ 1 ਦੇ ਵਿੱਚ ਕਿਹਾ ਗਿਆ ਵੀ ਕੋਈ ਵਿਅਕਤੀ ਨਹੀਂ ਲੈ ਸਕਦਾ ਆਪਣੇ ਪਰਮਿਸਿਵ ਏਜ ਤੋਂ ਵੱਧ ਕੋਈ ਲੈਂਡ ਕਿਸੇ ਵੀ ਢੰਗ ਦੇ ਰਾਹੀਂ, ਕਬਜ਼ੇ ਰਾਹੀਂ, ਤਬਾਦਲੇ ਰਾਹੀਂ, ਸੇਲ ਪਰਚੇਜ਼ ਰਾਹੀਂ, ਐਗਰੀਮੈਂਟ ਦੇ ਰਾਹੀਂ, ਠੀਕ ਹੈ, ਨਹੀਂ ਲੈ ਸਕਦਾ। ਪਰ ਜੇ ਕੋਈ ਲੈਂਦਾ ਕਰਦਾ ਹੈ that ਅੰਡਰ ਸਬਸੈਕਸ਼ਨ 2 ਨਲ ਐਂਡ ਵॉइड ਡਿਕਲੇਅਰ ਹੋਏਗੀ ਉਹ, ਠੀਕ ਹੈ ਜੀ, ਵੈਲਿਡ ਨਹੀਂ ਹੋਏਗੀ, ਮਤਲਬ ਕਹਿਣ ਦਾ ਭਾਵ ਹੈ। नेक्स्ट सबसेक्शन 13 सॉरी सेक्शन 13 पावर टू सेपरेट शेयर ऑफ लैंड ओनर्स इन जॉइंट लैंड्स। ਇਹਦੀ ਕੀ ਕਿਹਾ ਹੈ ਜੀ, ਇਹ ਸਿੰਪਲ ਜੀ ਗੱਲ ਇਹ ਕਹੀ ਗਈ ਹੈ, ਪਾਵਰ ਟੂ ਸੈਪਰੇਟ ਸ਼ੇਅਰ ਆਫ ਲੈਂਡ ਓਨਰਸ ਇਨ ਜੁਆਇੰਟ ਲੈਂਡਸ। ਮੰਨ ਲਓ ਕਿਸੇ ਵਿਅਕਤੀ ਦੀ ਕੋਈ ਲੈਂਡ ਸੀਗੀ ਜਿਹੜੀ ਉਹ ਜੁਆਇੰਟ ਲੈਂਡ ਹੋਲਡਿੰਗ ਸੀਗੀ, ਉਹਨੇ ਉਹਦੇ ਵਿੱਚੋਂ ਆਪਣਾ ਜਿਹੜਾ ਏਰੀਆ ਸੀ ਸਰਪਲਸ ਡਿਕਲੇਅਰ ਕਰਵਾ ਦਿੱਤਾ, ਠੀਕ ਹੈ ਜੀ। ਜਿਹੜੀ ਉਹਦੀ ਇੰਡੀਵਿਜੂਅਲ ਲੈਂਡ ਹੋਲਡਿੰਗ ਸੀਗੀ ਉਹਨੇ ਰੱਖ ਲਿਆ, ਜਾਂ ਉਹਦੀ ਸਾਰੀ ਹੀ ਲੈਂਡ ਜੁਆਇੰਟ ਸੀਗੀ, ਉਹਨੇ ਕੁਝ ਪਾਰਟ ਆਪਦਾ ਰੱਖ ਲਿਆ, ਕੁਝ ਪਾਰਟ ਜਿਹੜਾ ਸਰਕਾਰ ਨੂੰ ਦੇਤਾ ਸਰਪਲਸ ਡਿਕਲੇਅਰ ਕਰਨ ਦੀ ਖਾਤਰ। ਹੁਣ ਗੱਲ ਇੱਥੇ ਇਹ ਆ ਜਾਂਦੀ ਹੈ ਵੀ ਜੇ ਕੋਈ ਸਰਕਾਰ ਦਾ ਸਰਪਲਸ ਕੀਤਾ ਗਿਆ ਏਰੀਆ ਕਿਸੇ ਸਾਂਝੀ ਖੇਵੜ ਦੇ ਵਿੱਚ ਆ ਜਾਂਦਾ ਹੈ ਤਾਂ ਕਲੈਕਟਰ ਕੋਲੇ ਪਾਵਰ ਹੈਗੀ ਹੈ ਵੀ ਉਸ ਨੂੰ ਪਾਰਟੀਸ਼ਨ ਕਰਵਾ ਕੇ ਉਹਨੂੰ ਸੈਪਰੇਟ ਕਰ ਸਕਦਾ ਹੈ, ਜਾਂ ਚੱਕਬੰਦੀ ਦੇ ਸਮੇਂ ਆਰਡਰ ਕਰ ਸਕਦਾ ਵੀ ਇਹਦੀ ਜਿੰਨਾ ਏਰੀਆ ਇਸ ਖੇਵੜ ਦੇ ਵਿੱਚੋਂ ਸਰਪਲਸ ਡਿਕਲੇਅਰ ਕੀਤਾ ਗਿਆ ਉਹਦੀ ਖੇਵੜ ਵੱਖਰੀ ਬਣਾਈ ਜਾਵੇ, ਠੀਕ ਹੈ ਜੀ। ਪਾਵਰ देखो ਆਪਾਂ ਪਹਿਲਾਂ ਪੜ੍ਹ ਕੇ ਹਟਿਆ ਉਹ ਚ ਕੀ ਸੀਗਾ, ਸਰਪਲਸ ਏਰੀਆ डिस्पोजल ऑफ सरप्लस एरिया स्कीम, डिस्पोजल ऑफ सरप्लस एरिया स्कीम टर्म्स एंड कंडीशंस, ठीक है। ਜਦੋਂ ਉਹ ਜ਼ਮੀਨ ਸੁਸਾਇਟੀ ਨੂੰ ਦਿੱਤੀ ਗਈ ਔਰ ਕੀਤੀ ਗਈ ਤਾਂ ਉਹਦੇ ਵਿੱਚ ਕੀ ਸ਼ਰਤਾਂ ਸੀਗੀਆਂ, ਕੀ ਟਰਮਸ ਐਂਡ ਕੰਡੀਸ਼ਨ ਸੀਗੀਆਂ, ਉਹਨਾਂ ਟਰਮਸ ਐਂਡ ਕੰਡੀਸ਼ਨ ਦੇ ਅਧੀਨ ਕੀ ਉਹ ਕਰ ਸਕਦਾ ਜਾਂ ਨਹੀਂ ਕਰ ਸਕਦਾ, ਦੇਖਣ ਵਾਲੀ ਗੱਲ ਤਾਂ ਇਹ ਹੈਗੀ ਆ। ਪਰ ਹੁਣ ਸੁਸਾਇਟੀ ਹਰੀਆਂ ਦੀ ਜ਼ਮੀਨ ਤਾਂ ਕਿਤੇ ਸੇਲ ਹੀ ਨਹੀਂ ਹੁੰਦੀ ਪੂਰੇ ਪੰਜਾਬ 'ਚ। ਹਾਈ ਕੋਰਟ ਮੁਕੱਦਮਾ ਚੱਲਦਾ ਸੀਗਾ, ਹਾਈ ਕੋਰਟ ਨੇ ਕਹਿ ਦਿੱਤਾ ਵੀ ਨਹੀਂ ਕਿਸੇ ਕੋਈ ਟ੍ਰਾਂਸਫਰ ਕਰ ਸਕਦਾ, ਠੀਕ ਹੈ ਜੀ। ਜੇ ਜਿਹੜੀਆਂ ਪਹਿਲਾਂ ਕਿਸੇ ਤਰੀਕੇ ਨਾਲ ਹੋ ਗਈਆਂ ਪਰ ਹੁਣ ਤਾਂ ਪੱਕੇ ਤੌਰ ਤੇ ਹੈ ਜੀ। ਜਵਾਨੀ ਕਲਾਮੀ ਦਾ ਦੇਖੋ, ਜਵਾਨੀ ਕਲਾਮੀ ਦਾ ਕੋਈ ਕੁਝ ਵੀ ਕਰ ਸਕਦਾ। ਹੁਣ ਆਪਦੇ ਕਿਸੇ ਨੂੰ ਜ਼ਰੂਰਤ ਹੈ ਪੈਸੇ ਦੀ, ਕਿਸੇ ਨੂੰ ਕਬਜ਼ਾ ਦੇ ਦੇਵੇ, ਆਪਾਂ ਰੋਕ ਨਹੀਂ ਸਕਦੇ, ਠੀਕ ਹੈ। ਦੇਖੋ ਉਹ ਗੱਲਾਂ ਮੈਟਰ ਨਹੀਂ ਕਰਦੀਆਂ, ਉਹ ਗੱਲਾਂ ਮੈਟਰ ਨਹੀਂ ਕਰਦੀਆਂ ਜੀ। 71 ਤੋਂ ਕਰਤਾ ਲਾਗੂ 73 ਦੇ ਵਿੱਚ ਇੱਕ ਜਾ ਕੇ ਬੰਦਾ ਕੋਈ ਰਿਟਰਨ ਭਰਦਾ, 71 ਤੋਂ 73 ਦੇ ਵਿੱਚ ਕੋਈ ਬੰਦਾ ਜਿਹਦੀ ਜ਼ਮੀਨ ਜਿਹਦੇ ਨਾਂ ਤੇ ਸੀ 71 ਤੋਂ 73 ਮੰਨ ਲਓ 73 ਚ ਰਿਟਰਨ ਭਰਦਾ, ਉਹਦੇ ਫਾਦਰ ਦੇ ਨਾਂ ਸੀ, ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹ ਸਰਪਲਸ ਏਰੀਆ ਜਿਹੜਾ ਵਾਰਸਾਂ ਦੇ ਨਾਂ ਤੇ ਘੋਸ਼ਿਤ ਹੋਊਗਾ ਜਾਂ ਅਸਲੀ ਮਾਲਕ ਦੇ ਨਾਂ ਤੇ। ਜੇ ਇਨ ਬਿਟਵੀਨ 71 ਤੋਂ 73 ਡੈਥ ਹੁੰਦੀ ਹੈ ਤਾਂ ਵਾਰਸਾਂ ਨਾਲ ਤੇ ਹੋਏਗਾ ਜੀ। ਰਿਟਰਨ ਕਿਹਨੇ ਭਰ ਦਿੱਤੀ? ਉਹਦਾ ਨਹੀਂ ਹੋਇਆ ਨਾ ਉਸ ਚੀਜ਼ ਨੂੰ। ਇਹਦਾ ਮਤਲਬ ਇਹ ਹੈ ਕਿ ਇਹ ਚੀਜ਼ ਆਵੇ ਨਹੀਂ ਆਈ ਉਸ ਗੱਲ ਤੇ ਕਿ 71 ਚ ਲਾਗੂ ਭਾਵੇਂ ਹੋ ਗਿਆ, ਪਰ ਇਹ ਨਹੀਂ ਕਿ ਉਸ ਨੇ 71 ਤੋਂ ਮਾਲਕ ਦੇਖਣਾ, ਜਦੋਂ ਰਿਟਰਨ ਭਰ ਕੋਈ ਮਾਲਕ ਦੇਖਣਾ, ਇਹ ਗੱਲ ਹੋਈ ਨਾ। ਨਹੀਂ, ਮਾਲਕੀ ਦੇਖਣੀ ਸੀ 24/1971 ਨੂੰ। ਮੈਂ ਦਾ ਸਵਾਲ ਸਰ ਇਹੀ ਸੀਗਾ ਕਿ 71 ਤੋਂ 73 ਚ ਜਦੋਂ ਮੈਂ ਕਹਿੰਦਾ ਕਿਸੇ ਪਿੰਡ ਦੇ ਵਿੱਚ ਰਿਟਰਨ ਭਰਾਣੀ ਸ਼ੁਰੂ ਕਰ ਲਈ ਜਾਂ ਕਿਸੇ ਵੀ ਰੈਵਨਿਊ ਸਟੇਟ ਦੇ ਵਿੱਚ, ਠੀਕ ਹੈ ਹਾਂ 71 ਤੋਂ 70 ਜਿਹੜੇ ਬੰਦੇ ਰਿਟਰਨ ਭਰ ਰਹੇ ਉਹ ਵਾਰਸ ਆ, ਉਹਨਾਂ ਦੇ ਫਾਦਰ ਦੀ ਜਾਂ ਉਹਨਾਂ ਦੇ ਹੋਰ ਕਿਸੇ ਦੀ ਜਿੱਥੋਂ ਉਹਨਾਂ ਨੂੰ ਦੇਖੋ ਉਹ ਆਪਾਂ 71 ਤੋਂ 73 ਡੈਥ ਹੋਈ ਆ ਤਾਂ ਰਿਟਰਨ ਜਿਹੜੀ ਆ ਵਾਰਸਾਂ ਵੱਲੋਂ ਭਰ ਹੋਣੀ ਜਾਂ ਉਹਦੇ ਫਾਦਰ ਵੱਲੋਂ ਜਾਂ ਜਿੱਥੋਂ ਉਹਨੂੰ ਪ੍ਰਾਪਰਟੀ ਆ। ਜਿਹਦੀ ਦੇਖੋ ਡੈਥ ਹੋ ਗਈ ਉਹ ਤਾਂ ਰਿਟਰਨ ਭਰ ਨਹੀਂ ਸਕਦਾ, ਜਿਹਦੀ ਡੈਥ ਹੋ ਗਈ ਉਹ ਰਿਟਰਨ ਕਿਵੇਂ ਭਰੇਗਾ? ਰਿਟਰਨ ਦੇ ਨਾਲ ਡਿਕਲੇਰੇਸ਼ਨ ਦੇਣੀ ਪੈਂਦੀ ਹੈ, ਐਫੀਡੇਵਿਟ ਦੇਣਾ ਪੈਂਦਾ, ਹਲਫੇ ਬਿਆਨ ਦੇਣਾ ਪੈਂਦਾ। ਰਿਟਰਨ ਤਾਂ ਜਿੰਦਾ ਬੰਦਾ ਹੀ ਭਰ ਸਕਦਾ ਹੈ ਨਾ, ਜੇ ਫੈਮਿਲੀ ਹੈ। ਫੈਮਿਲੀ ਦੀ ਦੇਖੋ ਸੁਣੋ, ਆਪਾਂ ਇੱਥੇ ਫੈਮਿਲੀ ਦੀ ਗੱਲ ਕਰਦੇ ਹਾਂ। ਫੈਮਿਲੀ ਦੇ ਵਿੱਚ ਪਰਿਵਾਰ ਦੇ ਮੈਂਬਰ 5 ਹੋ ਸਕਦੇ ਆ,
ठीक है, ਹਸਬੈਂਡ ਹੋ ਸਕਦਾ ਹੈ, ਵਾਈਫ ਹੋ ਸਕਦੀ ਹੈ, ਉਹਦੇ 3 ਮਾਈਨਰ ਬੱਚੇ ਹੋ ਸਕਦੇ ਨੇ। ਠੀਕ ਹੈ, ਜੇ ਫੈਮਿਲੀ ਦੇ ਵਿੱਚ ਕੋਈ ਬੰਦਾ ਮੇਜਰ ਹੈਗਾ ਉਹਦਾ ਵੱਖਰਾ ਯੂਨਿਟ ਬਣ ਜਾਏਗਾ। ਠੀਕ ਹੈ, ਜਿਹੜੀ ਰਿਟਰਨ ਹੈ ਉਸ ਵੇਲੇ ਜਿਹੜਾ ਵੀ ਫੈਮਿਲੀ ਦੇ ਵਿੱਚ ਮੇਜਰ ਮੈਂਬਰ ਹੈ, ਵਾਈਫ ਹੈ ਤਾਂ ਵਾਈਫ ਵੱਲੋਂ ਭਰੀ ਜਾਏਗੀ, ਜੇ ਵਾਈਫ ਦੀ ਡੈਥ ਹੋ ਜਾਂਦੀ ਹੈ ਤਾਂ ਹਸਬੈਂਡ ਵੱਲੋਂ ਭਰੀ ਜਾਏਗੀ। ਜੇ ਵਾਈਫ ਸਰ ਠੀਕ ਹੈ, ਕੋਈ ਜੇ ਹਸਬੈਂਡ ਦੀ ਫੈਮਿਲੀ ਦੀ ਜਾਂ ਜ਼ਮੀਨ ਦੇਖਣੀ ਤਾਂ ਫੈਮਿਲੀ ਦਾ ਭਰਨਾ। ਹਾਂ ਚਾਹੇ ਉਹ ਹਾਂ ਡੈਥ ਵੀ ਹੋ ਗਈ ਉਹਦਾ ਜੇ ਪਾਸ ਵੀ ਆ ਉਹ ਫੈਮਿਲੀ ਦਾ ਜੇ ਹਸਬੈਂਡ ਦੀ ਡੈਥ ਹੋ ਗਈ ਤਾਂ ਉਹਦੀ ਵਾਈਫ ਵੱਲੋਂ ਭਰੀ ਜਾਏਗੀ, ਠੀਕ ਮਾਈਨਰ ਬੱਚਿਆਂ ਵੱਲੋਂ ਨਹੀਂ ਭਰੀ ਜਾਏਗੀ, ਮੇਜਰ ਵੱਲੋਂ ਭਰੀ ਜਾਏਗੀ। ਮੇਜਰ ਚ ਕੌਣ ਹੋ ਸਕਦਾ? ਵਾਈਫ ਹੋ ਸਕਦੀ ਹੈ। ਦੈਨ 3 ਮਾਈਨਰ ਬੱਚੇ ਹੋ ਸਕਦੇ ਨੇ, 3 ਤੋਂ ਇਲਾਵਾ 3 ਬੱਚੇ ਮਾਈਨਰ ਹੋਰ ਵੀ ਹੋ ਸਕਦੇ ਨੇ। ਪਰ ਜੇ ਕੋਈ ਉਹਦਾ ਬੱਚਾ ਮੇਜਰ ਹੈਗਾ ਤਾਂ ਉਹਦਾ ਯੂਨਿਟ ਵੱਖਰਾ ਬਣ ਜਾਏਗਾ, ਉਹਦਾ ਵੱਖਰਾ ਯੂਨਿਟ ਲਏਗਾ, ਫੈਮਿਲੀ ਦਾ ਯੂਨਿਟ ਵੱਖਰਾ ਹੋਏਗਾ। ਮੇਜਰ ਫੈਮਿਲੀ ਦੇ ਜਿਹੜਾ ਮੈਂਬਰ ਹੈ ਕੋਈ, ਉਹਦਾ ਯੂਨਿਟ ਵੱਖਰਾ ਹੋਏਗਾ। ਜੇ ਕੋਈ ਜੇ ਉਹਦੇ ਵਿੱਚ ਕੋਈ ਮਤਲਬ ਕਿ ਲੜਕਾ ਇੱਕ ਵੱਡਾ ਹੈਗਾ, ਉਮਰ ਵੱਡੀ ਹੈਗੀ, ਉਹਦੀ 18 ਸਾਲ ਤੋਂ ਵੱਧ ਉਮਰ ਹੈ, ਠੀਕ ਹੈ, ਤਾਂ ਜਿਹੜਾ ਉਹਦਾ ਇੱਕ ਵੱਖਰੇ ਯੂਨਿਟ ਦੇ ਤੌਰ ਤੇ ਰਿਟਰਨ ਚਾਹੇ ਇੱਕ ਭਰੀ ਜਾਵੇ, ਪਰ ਵੱਖਰੇ ਯੂਨਿਟ ਦੇ ਤੌਰ ਤੇ 2 ਯੂਨਿਟ ਲੈਣ ਦਾ ਹੱਕਦਾਰ ਉਹ ਫੈਮਿਲੀ ਹੋ ਜਾਂਦੀ ਹੈ। ਜੇ ਉਹਦੇ ਕੋਲੇ ਜਿਹੜੀ ਪ੍ਰਾਪਰਟੀ ਸਾਂਝੀ ਦੀ ਸਾਂਝੀ ਹੈ ਸਾਰਿਆਂ ਦੀ, ਮੁੰਡੇ ਦਾ ਤੇ ਕੋਈ ਪ੍ਰਾਪਰਟੀ ਮੰਨ ਲਓ ਹੋਈ, ਪ੍ਰਾਪਰਟੀ ਫਾਦਰ ਨਾਲ ਉਹਦੀ ਖੜੀ ਹੈ, ਫਾਦਰ ਦੀ ਡੈਥ ਹੋ ਗਈ, ਠੀਕ ਹੈ, ਪ੍ਰਾਪਰਟੀ ਸਾਰੀ ਫੈਮਿਲੀ ਨਾਲ ਉੱਤੇ ਖੜੀ ਹੈ, ਮਦਰ ਵੱਲੋਂ ਰਿਟਰਨ ਭਰੀ ਜਾਏਗੀ। ਪਰ ਉਹ ਜੇ ਫੈਮਿਲੀ ਉਸ ਫੈਮਿਲੀ ਇੱਕ ਬੰਦਾ ਮੇਜਰ ਹੈਗਾ ਤਾਂ ਉਹ 2 ਯੂਨਿਟ ਲੈਣ ਦੇ ਹੱਕਦਾਰ ਹੋਏਗੀ ਫੈਮਿਲੀ। 2 ਮੇਜਰ ਹੈਗੇ ਤਾਂ 3 ਯੂਨਿਟ ਲੈਣ ਦੇ ਹੱਕਦਾਰ ਹੋਏਗੀ, 1 ਯੂਨਿਟ ਫੈਮਿਲੀ ਦਾ, ਦੂਜਾ ਯੂਨਿਟ, ਤੀਜਾ ਯੂਨਿਟ ਹਰ ਇੱਕ ਮੇਜਰ ਮੈਂਬਰ ਦਾ। ਠੀਕ ਹੈ ਜੀ, ਰਿਟਰਨ ਭਰੀ ਜਾਏਗੀ ਫੈਮਿਲੀ ਦੇ ਹੈਡ ਵੱਲੋਂ। ਫੈਮਿਲੀ ਦਾ ਹੈਡ ਕੌਣ ਹੋ ਸਕਦਾ ਹੈ? ਡੈਥ ਹਸਬੈਂਡ ਦੀ ਡੈਥ ਹੋ ਜਾਵੇ ਤਾਂ ਵਾਈਫ, ਵਾਈਫ ਦੀ ਡੈਥ ਹੋ ਜਾਵੇ ਤਾਂ ਹਸਬੈਂਡ। ਕਲੀਅਰ ਹੈ ਜੀ। ਪਾਵਰ ਟੂ ਸੈਪਰੇਟ ਸ਼ੇਅਰ, ਇਹ ਆਪਾਂ ਗੱਲ ਕਰੀ ਸੈਕਸ਼ਨ 13 ਦੀ। ਪਾਵਰ ਟੂ ਸੈਪਰੇਟ ਸ਼ੇਅਰ ਆਫ ਦਾ ਲੈਂਡ ਓਨਰਸ ਇਨ ਜੁਆਇੰਟ ਲੈਂਡਸ। ਜੇ ਕਿਤੇ ਜਿਹੜੀ ਜੁਆਇੰਟ ਹੈਗੀ ਹੈ ਪਰ ਸਰਪਲਸ ਡਿਕਲੇਅਰ ਹੋ ਚੁੱਕੀ ਹੈ, ਦੇਖੋ, where a person owns land jointly with other persons and his share of such land or part thereof has been declared as surplus area, the collector of his own motion may, after summary inquiry and after the affording to such a person an opportunity of being heard, separate his share of such land। ठीक है जी, ਓਨ ਮੋਸ਼ਨ, ਆਪਦੀ ਮਰਜ਼ੀ ਨਾਲ ਉਹਨੂੰ ਮੌਕਾ ਦਿੰਦੇ ਹੋਏ ਸੁਣ ਕੇ ਵੀ ਤੂੰ ਕਿਹੜੀ ਜ਼ਮੀਨ ਰੱਖਣੀ ਚਾਹੁੰਦਾ ਇਹਦੇ ਵਿੱਚੋਂ, ਠੀਕ ਹੈ, ਉਹਦੀ ਜਸਟੀਫਿਕੇਸ਼ਨ ਦੇਖਦੇ ਹੋਏ ਵੀ ਬਾਕੀ ਜਿਹੜੀ ਜ਼ਮੀਨ ਹੈਗਾ ਤੂੰ ਕਿਹੜੀ ਰੱਖੀ ਹੈ ਕਿਹੜੀ ਛੱਡੀ ਹੈ, ਠੀਕ ਹੈ, ਤਾਂ ਜਿਵੇਂ ਜ਼ਮੀਨ ਦੀ ਪਾਰਟੀਸ਼ਨ ਹੈ ਯਾਨੀ ਕਿ ਕਲੈਕਟਰ ਆਪਦੇ ਪੱਧਰ ਤੇ ਕਰਵਾ ਸਕਦਾ ਹੈਗਾ। ਫਿਰ ਇਹਦੇ ਨਾਲ ਹੀ ਸੈਕਸ਼ਨ 2 ਦੇ ਵਿੱਚ ਕੀ ਸੀਗਾ? ਆਫਟਰ ਡਿਕਲੇਰੇਸ਼ਨ ਆਫ ਦਾ ਸਰਪਲਸ ਏਰੀਆ ਆਫ ਐਨੀ ਪਰਸਨ ਐਂਡ ਬਿਫੋਰ ਦ ਯੂਟੀਲਾਈਜੇਸ਼ਨ, collector shall also be competent to separate the surplus area of such a person out of the area land obtained by him after consolidation। ਚੱਕਬੰਦੀ ਦੇ ਦੌਰਾਨ ਵੀ ਉਹਦੀ ਵੱਖਰੀ ਖੇਵਟ ਬਣਾਈ ਜਾ ਸਕਦੀ ਹੈ। ਠੀਕ ਹੈ ਜੀ। ਨੈਕਸਟ ਆ ਗਿਆ ਸੈਕਸ਼ਨ 14, exemption of land belonging to the religious or charitable institutions। ਇੱਥੇ ਅੱਗੇ ਦੱਸਿਆ ਗਿਆ ਵੀ ਕਿਹੜੀਆਂ ਜਿਹੜੀਆਂ ਜ਼ਮੀਨਾਂ ਨੇ, ਕਿਹੜੀਆਂ ਲੈਂਡਸ ਨੇ ਜਿਨ੍ਹਾਂ ਨੂੰ ਅਸੀਂ ਐਗਜ਼ੈਂਪਟ ਕਰ ਸਕਦੇ ਹਾਂ, ਸਰਪਲਸ ਏਰੀਆ ਡਿਕਲੇਅਰ ਹੋਣ ਤੋਂ ਮਤਲਬ ਕਿ ਛੱਡਿਆ ਜਾ ਸਕਦਾ ਹੈ। ਕਿਹੜੀਆਂ ਲੈਂਡ ਹੈਗੀਆਂ ਜਿਹਨਾਂ ਨੂੰ ਅਸੀਂ ਐਗਜ਼ੈਂਪਟ ਕਰ ਸਕਦੇ ਹਾਂ ਇਸ ਐਕਟ ਦੇ ਤਹਿਤ, ਵੀ ਕਿਹੜੀਆਂ ਜ਼ਮੀਨਾਂ ਦੇ ਉੱਪਰ ਜਿਹੜਾ ਇਹ ਲੈਂਡ ਸੀਲਿੰਗ ਐਕਟ ਹੈ ਲਾਗੂ ਨਹੀਂ ਹੋਏਗਾ। ਸੁਣੋ, notwithstanding any judgment, decree or order of any court or authority, the provisions of this chapter shall not apply to the holdings land belonging to the religious charitable institutions। ਜਾਂ religious institute ਹੋਵੇ, ਕੋਈ charitable institute ਹੋਵੇ ਜਾਂ public nature ਦਾ ਕੋਈ institute ਹੋਵੇ, exist ਕਰਦਾ ਹੋਵੇ, ਕਦੋਂ? immediately before the date of the commencement of this act, but not ਇਸ ਜਿਹੜਾ ਹੈਗਾ ਕਮੈਂਸਮੈਂਟ ਹੋਈ ਹੈ, ਕਮੈਂਸਮੈਂਟ ਹੋਣ ਤੋਂ ਪਹਿਲਾਂ ਐਗਜ਼ਿਸਟ ਦੇ ਵਿੱਚ ਹੋਵੇ, ਐਗਜ਼ਿਸਟਿੰਗ ਦੇ ਵਿੱਚ ਹੋਵੇ, ਮਤਲਬ ਪਹਿਲਾਂ ਹੀ ਮੌਜੂਦ ਹੋਵੇ। ਤੇ ਇਹਦੇ ਵਿੱਚ ਕਿਹਾ ਗਿਆ ਵੀ ਕੋਈ ਮਹੰਤ, ਮੋਤਮਮ ਤੇ ਮੈਨੇਜਰ ਉਹ ਇਹਦਾ ਬੈਨੀਫਿਟ ਨਹੀਂ ਲੈ ਸਕਦੇ, ਬਟ ਨਾਟ ਬਿਲੋਂਗਿੰਗ ਟੂ ਦਾ ਮਹੰਤ। ਮਹੰਤ ਦੀ ਕੋਈ ਪ੍ਰਾਪਰਟੀ ਆਪਦੀ ਇੰਡੀਵਿਜੂਅਲ ਹੋਵੇ, ਆਪਦੀ ਇੰਡੀਵਿਜੂਅਲ ਪ੍ਰਾਪਰਟੀ ਹੋਵੇ ਕਿਸੇ ਮਹੰਤ ਦੀ, ਉਹ ਡੇਰੇ ਦਾ ਮਹੰਤ ਵੀ ਹੋ ਸਕਦਾ ਹੈ, ਡੇਰੇ ਨੂੰ ਐਗਜ਼ੈਂਪਸ਼ਨ ਦਿੱਤੀ ਗਈ ਹੈ ਇਹਦੇ ਵਿੱਚ। ਠੀਕ ਹੈ,
ਤੇ ਪਰ ਉਹਦੀ ਅਵਧੀ ਜਿਹੜੀ ਮੋਹਤਮ ਦੀ ਕੋਈ ਪ੍ਰਾਪਰਟੀ ਹੋਵੇ, ਮਹੰਤ ਦੀ ਪ੍ਰਾਪਰਟੀ ਹੋਵੇ, ਕਿਸੇ ਮੈਨੇਜਰ ਦੀ ਪ੍ਰਾਪਰਟੀ ਹੋਵੇ, ਠੀਕ ਹੈ, ਕਿਸੇ ਗੁਰਦੁਆਰੇ ਦਾ ਕੋਈ ਮੈਨੇਜਰ ਹੋਵੇ, ਉਹਦੀ ਅਵਧੀ ਪ੍ਰਾਪਰਟੀ ਹੋਵੇ, ਇੰਡੀਵਿਜੂਅਲ ਪ੍ਰਾਪਰਟੀ, ਉਹ ਇਹ ਗੱਲ ਕਰਕੇ ਬੈਨੀਫਿਟ ਨਹੀਂ ਲੈ ਸਕਦਾ ਵੀ ਮੈਂ ਤਾਂ ਮੈਨੇਜਰ ਹਾਂ ਜੀ, ਮੇਰੀ ਪ੍ਰਾਪਰਟੀ ਤੇ ਵੀ ਕੋਈ ਇਹ ਐਕਟ ਲਾਗੂ ਨਹੀਂ ਹੁੰਦਾ। ਨਹੀਂ, provided that the exemption specified therein shall be admissible till such time only as the land or income thereof is utilized। ਕਹਿੰਦੇ ਵੀ ਜਿਹੜੀ ਇਹ ਐਗਜ਼ੈਂਪਸ਼ਨ ਹੈ ਸਿਰਫ ਉਸ ਸਮੇਂ ਤੱਕ ਹੀ ਲਾਗੂ ਰਹਿ ਸਕਦੀ ਹੈ ਜੇ ਜਿਹੜਾ ਉਹ ਇੰਸਟੀਚਿਊਟ ਹੈਗਾ, ਉਸ ਇੰਸਟੀਚਿਊਟ ਦੀ ਜਿਹੜੀ ਲੈਂਡ ਹੈਗੀ ਹੈ, ਉਹ ਲੈਂਡ ਤੋਂ ਹੋਣ ਵਾਲੀ ਇਨਕਮ ਚੈਰੀਟੇਬਲ ਪਰਪਸ ਲਈ ਯੂਜ਼ ਹੁੰਦੀ ਹੋਵੇ, ਪਰਸਨਲ ਖਰਚਿਆਂ ਲਈ ਯੂਜ਼ ਨਾ ਹੁੰਦੀ ਹੋਵੇ। Income therefrom is utilized for the specified purpose for which institute and shall not be admissible to the lessees of such lands। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਉਸ ਜਿਹੜਾ ਕੋਈ ਚੈਰੀਟੇਬਲ ਇੰਸਟੀਚਿਊਟ ਬਣਾਇਆ ਗਿਆ ਹੈ, ਉਹ ਚੈਰੀਟੇਬਲ ਇੰਸਟੀਚਿਊਟ ਦੇ ਜਿਹੜੇ ਵਰਕ ਹੈਗੇ ਨੇ ਚੈਰੀਟੇਬਲ ਨੇਚਰ ਦੇ, ਉਹਨਾਂ ਕੰਮਾਂ ਤੇ ਹੀ ਖਰਚ ਹੋਣ ਵਾਲੀ ਉਹ ਆਮਦਨ ਹੋਵੇ, ਉਸ ਲੈਂਡ ਤੋਂ ਖਰਚ ਹੁੰਦੀ ਹੋਵੇ, ਉਹ ਆਮਦਨ ਕਿਸੇ ਹੋਰ ਕੰਮ ਲਈ ਯੂਜ਼ ਨਾ ਹੁੰਦੀ ਹੋਵੇ, ਪਾਰਟਿਕੂਲਰ ਪਰਸਨਲ ਯੂਜ਼ ਵਾਸਤੇ ਯੂਜ਼ ਨਾ ਹੁੰਦੀ ਹੋਵੇ। ਜੇ ਪਰਸਨਲ ਯੂਜ਼ ਹੁੰਦੀ ਹੈ ਦੈਨ ਉਹ ਐਗਜ਼ੈਂਪਸ਼ਨ ਦੀ ਭਾਸ਼ਾ 'ਚ ਨਹੀਂ ਆਉਂਦੀ। ਚੈਰੀਟੇਬਲ ਇੰਸਟੀਚਿਊਟ ਦੀ ਜਿਹੜੀ ਲੈਂਡ ਹੈਗੀ ਹੈ, ਉਹ ਚੈਰੀਟੇਬਲ ਪਰਪਸ ਲਈ, ਜਿਸ ਮਕਸਦ ਲਈ ਉਹ ਇੰਸਟੀਚਿਊਟ ਬਣਾਇਆ ਗਿਆ ਸੀਗਾ, ਉਸ ਮਕਸਦ ਲਈ ਯੂਟਿਲਾਈਜ਼ ਹੁੰਦੀ ਹੋਵੇ। ਫਿਰ ਅੱਗੇ ਦੱਸਿਆ ਜੀ ਇਹਨਾਂ ਨੇ ਵੀ ਚੈਰੀਟੇਬਲ ਇੰਸਟੀਚਿਊਟ ਕਿਹੜੇ ਹੋ ਸਕਦੇ ਨੇ, ਚੈਰੀਟੇਬਲ ਇੰਸਟੀਚਿਊਟ ਕਿਹੜੇ ਹੋ ਸਕਦੇ ਨੇ। ਇਹ ਤਾਂ ਕਿ ਦੱਸਿਆ ਐਕਸਪਲੇਨੇਸ਼ਨ ਚ, ਸੈਕਸ਼ਨ 14 ਦੀ ਐਕਸਪਲੇਨੇਸ਼ਨ ਹੈ ਜੀ। ਫॉर द पर्पस ऑफ दिस सेक्शन रिलीजियस और चैरिटेबल इंस्टीट्यूट मींस, देखो कहने को नंबर 1 क्लॉज 1 15 ਦੀ ਉਹ ਕਿਹਾ ਗਿਆ ਟੈਂਪਲ, क्लॉज 2 ਦੇ ਚ ਗੁਰਦੁਆਰਾ, क्लॉज 3 ਚ ਗਊਸ਼ਾਲਾ, क्लॉज 4 ਚ ਵਕਫ, ठीक है जी। अगे क्लॉज 5 ਦਿੱਤੀ है एनी अदर रिलीजियस प्लेस ऑफ पब्लिक नेचर। ਇਹ ਇਹਨਾਂ ਨੇ ਕੁਝ क्लॉज ਦੱਸੀਆਂ ਨੇ ਇੱਥੇ ਜਿਹੜੀਆਂ ਇਸ ਐਗਜ਼ੈਂਪਸ਼ਨਸ ਲੈ ਸਕਦੀਆਂ ਨੇ ਚੈਰੀਟੇਬਲ ਇੰਸਟੀਚਿਊਟ ਫਰੋਮ ਦਾ ਸਰਪਲਸ ਏਰੀਆ। ਸਰਪਲਸ ਏਰੀਆ ਜਿਹੜਾ ਐਕਟ ਹੈਗਾ ਇਹਦੇ ਤੇ ਲਾਗੂ ਨਹੀਂ ਹੋਏਗਾ, ਇਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਜਾਏਗੀ। ਇਹਦੇ ਨਾਲ ਹੀ ਜਿਹੜਾ ਆਪਣਾ ਇੱਕ ਲੈਕਚਰ ਮੇਰੇ ਖਿਆਲ ਇਹਦਾ ਹੋਰ ਰਹਿ ਗਿਆ। पॉइंट क्लियर करो। हाँ जी। रिलीजियस इंस्टीट्यूशन हैगा, कोई रिलीजियस इंस्टीट्यूशन है जी, ਜ਼ਮੀਨ ਆਪਣੀ ਪੱਟੇ ਤੇ ਦੇ ਦਿੰਦਾ ਕਿਸੇ ਨੂੰ 25 30 ਏਕੜ ਜਾਂ 40 ਏਕੜ, ਕੀ ਜਿਹੜਾ ਬੰਦਾ ਜਿਹਨੇ ਪੱਟੇ ਤੇ ਲਈ ਹੈ ਉਹਦੀ ਹੋਰ ਜ਼ਮੀਨ ਹੋਊਗੀ, ਉਹ ਸਰਪਲਸ ਲੈਂਡ ਦੇ ਵਿੱਚ ਕਾਊਂਟ ਹੋਊ ਜਾਂ ਨਹੀਂ ਹੋਊਗੀ? ਪੱਟੇ ਤੇ ਕੋਈ ਜ਼ਮੀਨ ਲੈ ਲੈਂਦਾ ਹੈ। ਰਿਲੀਜੀਅਸ ਇੰਸਟੀਟਿਊਸ਼ਨ ਜਿਹਦਾ ਮਾਮਲਾ ਮਾਫ ਹੋਵੇ ਜਾਂ ਮਾਫੀ ਹੋਵੇ, ਉਹ ਰਿਲੀਜੀਅਸ ਇੰਸਟੀਟਿਊਸ਼ਨ ਕਿਸੇ ਬੰਦੇ ਨੂੰ ਜ਼ਮੀਨ ਪਟਾਨਾਮਾ ਤੇ ਦੇ ਦਿੰਦਾ। 25 ਏਕੜ ਮੈਂ ਕਹਿੰਦਾ ਦੇ ਦਿੰਦਾ ਬੇਸ਼ੱਕ, ਹਨਾ, ਤੇ 25 ਏਕੜ ਉਹਦੀ ਪਰਸਨਲ ਹੈ, ਕੀ ਉਹਦੀ 50 ਏਕੜ ਗਿਣੀ ਜਾਊਗੀ ਜਾਂ ਨਹੀਂ ਗਿਣੀ ਜਾਊਗੀ? ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਇੱਕ ਮਿੰਟ ਸੁਣੋ, ਜਦੋਂ ਆਪਾਂ ਨੇ ਸੈਕਸ਼ਨ ਸ਼ੁਰੂ ਚ ਪੜਿਆ no person can own or hold, no person can own or hold, ਨਾ ਹੀ ਉਹ ਮਾਲਕੀ ਰੱਖ ਸਕਦਾ ਹੈ, ਨਾ ਹੀ ਉਹ ਕਬਜ਼ਾ ਰੱਖ ਸਕਦਾ ਹੈ ਪਰਮਿਸਿਬਲ ਏਰੀਆ ਤੋਂ ਜ਼ਿਆਦਾ। ਠੀਕ ਹੈ, ਚਾਹੇ ਉਹਨੂੰ ਕਿਸੇ ਨੇ ਦਿੱਤੀ ਹੋਵੇ, ਚਾਹੇ ਰਿਲੀਜੀਅਸ ਇੰਸਟੀਚਿਊਟ ਨੇ ਦਿੱਤੀ ਹੋਵੇ, ਪਰ ਉਹ ਪਰਮਿਸਿਬਲ ਏਰੀਆ ਤੋਂ ਵੱਧ ਨਹੀਂ ਰੱਖ ਸਕਦਾ ਕਬਜ਼ੇ ਦੇ ਵਿੱਚ ਆਪਣੀ ਜ਼ਮੀਨ। ਪਹਿਲਾਂ ਆਪਦੀ ਜ਼ਮੀਨ ਦੇਖੀ ਜਾਏਗੀ, ਫਿਰ ਉਸ ਤੋਂ ਬਾਅਦ ਇਹਦਾ ਮਤਲਬ ਤਾਂ ਦੇਖੋ ਇੱਥੇ ਕੀ ਗੱਲ ਫਿਰ ਉਹੀ ਆ ਜਾਂਦੀ ਹੈ ਵੀ ਕਿਸੇ ਚੀਜ਼ ਦਾ ਗਲਤ ਬੈਨੀਫਿਟ ਲੈਣਾ। ਆਪਦੀ ਹਾਂ ਨਹੀਂ, ਤੁਸੀਂ ਆਪਾਂ ਸ਼ੁਰੂ ਚ ਪੜਿਆ no person can hold, no person can own or hold any land more than his permissible area। ਕੋਈ ਵਿਅਕਤੀ ਜੇ ਉਹਦੀ ਆਪਦੀ ਜ਼ਮੀਨ ਸਰਪਲਸ ਏਰੀਆ, ਜੇ ਉਹਦੀ ਆਪਦੀ ਜ਼ਮੀਨ ਦੇ ਨਾਲ ਉਹਦਾ ਪਰਮਿਸਿਬਲ ਏਰੀਆ ਪੂਰਾ ਹੁੰਦਾ ਹੋਵੇ ਤਾਂ ਉਹ ਜ਼ਮੀਨ ਪੱਟੇ ਤੇ ਵੀ ਨਹੀਂ ਲੱਗ ਸਕਦਾ, ਨਹੀਂ ਲੈ ਸਕਦਾ ਆਪਦੀ ਪਰਮਿਸਿਬਲ ਏਰੀਆ ਤੋਂ ਜ਼ਿਆਦਾ। ਠੀਕ ਹੈ ਜੀ, ਕਲੀਅਰ ਹੈ? है जी, नहीं रख सकता जी, रख ही नहीं सकता, मालक भी नहीं हो सकता, रख भी नहीं सकता, कब्जा भी नहीं ले सकता।
ਨਹੀਂ ਰੱਖ ਸਕਦਾ। ਲਿਮਿਟ ਤੋਂ ਵੱਧ ਕਿਸੇ ਵੀ ਥਾਂ ਤੇ ਨਹੀਂ ਰੱਖ ਸਕਦਾ, ਨਾ ਉਹ ਕਬਜ਼ੇ 'ਚ ਰੱਖ ਸਕਦਾ ਹੈ, ਨਾ ਹੀ ਓਨਰਸ਼ਿਪ 'ਚ ਰੱਖ ਸਕਦਾ ਹੈ। ਦੇਖੋ ਫੰਡੇ ਤਾਂ ਸਾਰੇ ਕਲੀਅਰ ਨੇ, ਫੰਡੇ ਐਕਟ ਦੇ ਵਿੱਚ ਸਾਰੇ ਕਲੀਅਰ ਨੇ। ਜਿਹੜੇ ਫੰਡੇ ਐਕਟ ਦੇ ਵਿੱਚ ਕਲੀਅਰ ਨਹੀਂ ਹੋ ਜਾਂਦੇ ਉਹ ਜਾ ਕੇ ਰੂਲਾਂ 'ਚ ਕਲੀਅਰ ਹੋ ਜਾਂਦੇ ਨੇ। ਠੀਕ ਹੈ, ਸਰਕਾਰ ਉੱਥੇ ਆ ਕੇ ਰੂਲਾਂ 'ਚ ਕਲੀਅਰ ਕਰ ਦਿੰਦੀ ਹੈ। ਸਰ ਇੱਕ 1887 ਦਾ ਐਕਟ ਜਿਹੜਾ ਹੈਗਾ ਲੈਂਡ ਰੈਵਨਿਊ ਐਕਟ ਔਰ ਰਿਫਾਰਮ ਐਕਟ 1972 ਹਾਂਜੀ, ਪਰਮਿਸਿਬਲ ਏਰੀਆ ਦੇ ਵਿੱਚ ਕੰਟਰਡਿਕਸ਼ਨ ਨਹੀਂ ਹੈ। ਸਮਝਿਆ ਨਹੀਂ ਤੁਹਾਡੀ, ਪਰਮਿਸਿਬਲ ਏਰੀਆ ਮੈਂ ਤੁਹਾਡੀ ਗੱਲ ਨਹੀਂ ਸਮਝ ਪਾਇਆ। ਰੈਵਨਿਊ ਐਕਟ ਤਾਂ ਇਹ ਗੱਲ ਕਹਿ ਰਿਹਾ ਹੈ ਕਿ ਦੋਨਾਂ ਦੀ ਡੈਫੀਨੇਸ਼ਨਸ ਦੇ ਵਿੱਚ ਫਰਕ ਆ। ਜਿੱਥੇ 50 ਸਟੈਂਡਰਡ ਏਕੜ ਲਿਖਿਆ ਇਹਦੇ ਨਾਲ 54.8 ਸਟੈਂਡਰਡ ਏਕੜ ਬਣਦੇ ਆ। ਇਹ ਗੱਲ ਕਹਿ ਰਿਹਾ ਸਰ ਇਹ। ਲੈਂਡ ਰੈਵਨਿਊ ਐਕਟ ਦੇ ਵਿੱਚ ਕਿੱਥੇ ਹੈ ਇਹਦੀ ਪ੍ਰੋਵੀਜ਼ਨ? ਪਰਮਿਸਿਬਲ ਏਰੀਆ ਦੀ ਡੈਫੀਨੇਸ਼ਨ ਹੈ ਹੀ ਨਹੀਂ ਗੀ ਉੱਥੇ। ਇਹਨਾਂ ਨੇ ਸ਼ਾਇਦ ਟੈਨੈਂਸੀ ਐਕਟ 'ਚ ਪੜ੍ਹੀ ਹੋਣੀ। ਹਾਂ ਨਹੀਂ, ਲੈਂਡ ਰੈਵਨਿਊ ਐਕਟ ਦੇ ਵਿੱਚ ਨਹੀਂ ਹੈਗੀ। ਟੈਨੈਂਸੀ ਐਕਟ 'ਚ ਆਪਾਂ ਪੜਾਂਗੇ, ਆਪਾਂ ਉੱਥੇ ਕਲੀਅਰ ਕਰਾਂਗੇ। ਜੇ ਕੋਈ ਡਿਫਰੈਂਸ ਹੋਇਆ ਆਪਾਂ ਦੇਖ ਲਾਂਗੇ। ਟੈਨੈਂਸੀ ਐਕਟ ਦੇ ਵਿੱਚ ਤਾਂ ਦੇਖੋ ਉਹ ਲੈਂਡਲੋਰਡ ਤੇ ਟੈਨੈਂਟ ਦੀ ਗੱਲ ਹੈਗੀ ਸਾਰੀ। ਲੈਂਡਲੋਰਡ ਤੇ ਟੈਨੈਂਟ ਦੇ ਕੀ ਡਿਸਪਿਊਟ ਨੇ, ਕੀ ਹੁੰਦੇ ਚੱਲਦੇ ਆ, ਇਹ ਉਹਦੇ ਵਿੱਚ ਹੈਗਾ ਸਾਰਾ ਕੁਝ। ਪਰ ਉਹਦੇ ਤੇ ਸੀਲਿੰਗ ਐਕਟ ਤਾਂ ਨਹੀਂ ਲਾਗੂ ਹੁੰਦਾ ਟੈਨੈਂਸੀ ਐਕਟ ਦੇ ਵਿੱਚ। ਹਾਂ ਚਲੋ ਹੁਣ ਆਪਾਂ ਇੱਥੇ ਜਿਹੜਾ ਲੈਂਡ ਫਾਰਮਸ ਐਕਟ ਹੈ ਇੱਥੇ ਬੰਦ ਕਰਕੇ, ਲੈਂਡ ਫਾਰਮਸ ਐਕਟ ਆਪਾਂ ਬੰਦ ਕਰਦੇ ਹਾਂ ਜੀ। ਇੱਥੇ ਹੁਣ ਆਪਾਂ ਸਟੱਡੀ ਕਰਾਂਗੇ ਸੈਕਸ਼ਨ ਪੇਪਰ 5 ਇੰਡੀਅਨ ਪੀਨਲ ਕੋਡ। ਆਪਣੀ ਆਪਣੀ ਬੁੱਕ ਨਿਕਾਲੋ ਜੀ। ਇੰਡੀਅਨ ਪੀਨਲ ਕੋਡ 1860।